नमस्कार, मैं मनदीप गगन बठिंडा खबरनामा विच तुहाडा स्वागत है। बुलेटिन दे विस्तार की शुरुआत करन तो पहले एक नज़र अज दीआं सुर्खियां ते। NDRF ਵੱਲੋਂ रेलवे स्टेशन बठिंडा ते कीती गई मॉक ड्रिल। रेल हादसा वापरन ते मनुखी जिंदगियां बचाउण लई दित्ती जानकारी। रेलवे विभाग ते लोकल प्रशासन दे सहयोग नाल कीता अभ्यास। PRTC च टिकटां कट्टण वालियां मशीनां राहीं होए घोटाले च अधिकारियां दा दावा। सालां तो नहीं बल्कि कुछ महीने पहला शुरू होया घोटाला, जांच लई गठित कीती कमेटी। घल्लूघारा दिवस के मद्देनजर पुलिस वालों कीते गए सख्त सुरक्षा प्रबंध। बठिंडा च पैरामिलिटरी फोर्स की एक टुकड़ी भी की गई तैनात। नाकेबंदी करके की जा रही है चैकिंग। आर्चरी वर्ल्ड कप विच तीरंदाजी मुकाबलिਆਂ 'ਚ बठिंडा ਦੇ ਪਿੰਡ ਸਰਦਾਰਗੜ੍ਹ ਦੀ ਅਵਨੀਤ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ। ਅਤੇ ਬਠਿੰਡਾ 'ਚ ਭਾਸ਼ਾ ਵਿਭਾਗ ਦਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ। ਸਾਹਿਤ ਨਾਲ ਜੁੜਨ ਲਈ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। NDRF ਵੱਲੋਂ ਅੱਜ रेलवे स्टेशन बठिंडा ਤੇ ਇੱਕ ਮੌਕ ਡਰਿਲ ਕੀਤੀ ਗਈ, ਜਿਸ ਵਿੱਚ ਦਰਸਾਇਆ ਗਿਆ ਕਿ ਜੇਕਰ ਕੋਈ ਰੇਲ ਹਾਦਸਾ ਵਾਪਰਦਾ ਹੈ ਤਾਂ ਇਸ ਦੌਰਾਨ ਮਨੁੱਖੀ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ ਤੇ ਇਸ ਸੰਬੰਧੀ NDRF ਨੇ ਰੇਲਵੇ ਵਿਭਾਗ ਅਤੇ ਲੋਕਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਅਭਿਆਸ ਕੀਤਾ। ਕੁਦਰਤੀ ਆਫਤਾਂ ਤੇ ਹਾਦਸਿਆਂ ਦੌਰਾਨ ਮਨੁੱਖੀ ਸਹਾਇਤਾ ਲਈ ਹਮੇਸ਼ਾ ਹੀ ਅੱਗੇ ਰਹਿਣ ਵਾਲੀ NDRF ਦਾ ਮਕਸਦ ਹੁੰਦਾ ਹੈ ਕਿ ਇਹਨਾਂ ਆਫਤਾਂ ਤੇ ਹਾਦਸਿਆਂ ਦੌਰਾਨ ਜਲਦ ਤੋਂ ਜਲਦ ਤੇ ਵੱਧ ਤੋਂ ਵੱਧ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ, ਜਿਸ ਲਈ NDRF ਵੱਲੋਂ ਸਮੇਂ-ਸਮੇਂ ਤੇ ਮੌਕ ਡਰਿਲਸ ਕਰਕੇ ਲੋਕਲ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਅਜਿਹੀਆਂ ਸਥਿਤੀਆਂ 'ਚ ਕੀ ਕਰਨਾ ਚਾਹੀਦਾ ਹੈ। ਅੱਜ ਰੇਲਵੇ ਸਟੇਸ਼ਨ ਬਠਿੰਡਾ ਤੇ ਵੀ NDRF ਵੱਲੋਂ ਰੇਲਵੇ ਵਿਭਾਗ ਅਤੇ ਲੋਕਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੌਕ ਡਰਿਲ ਕੀਤੀ ਗਈ, ਜਿਸ ਦੌਰਾਨ ਇੱਕ ਪੈਸੇਂਜਰ ट्रेन ਦਾ ਡੱਬਾ ਰੇਲਵੇ ਲਾਈਨ ਤੇ ਪਲਟਾ ਕੇ ਇਹ ਦਰਸਾਇਆ ਗਿਆ ਕਿ ਜੇਕਰ ਕੋਈ ਰੇਲ ਹਾਦਸਾ ਵਾਪਰਦਾ ਹੈ ਤਾਂ ਉਸ ਵਿੱਚੋਂ ਯਾਤਰੀਆਂ ਨੂੰ ਕਿਵੇਂ ਕੱਢਣਾ ਹੈ। ਇਸ ਮੌਕ ਡਰਿਲ ਦੌਰਾਨ ਰੇਲ ਦੇ ਡੱਬੇ 'ਚ 26 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 6 ਨੂੰ ਡੱਬਾ ਕੱਟ ਕੇ ਬਾਹਰ ਕੱਢਿਆ ਗਿਆ ਤੇ ਕਈ ਯਾਤਰੀਆਂ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਹ ਸਿਰਫ ਇੱਕ ਦ੍ਰਿਸ਼ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਹਾਦਸੇ ਦੌਰਾਨ ਰਾਹਤ ਕਾਰਜ ਕਿਵੇਂ ਦੇ ਹੋਣੇ ਚਾਹੀਦੇ ਹਨ, ਪਰ ਇਸ ਮੌਕ ਡਰਿਲ ਵਿੱਚ ਵੀ NDRF ਦੀ ਟੀਮ ਪੂਰੀ ਤਿਆਰੀ 'ਚ ਨਜ਼ਰ ਆਈ। ਮੌਕ ਡਰਿਲ ਆਪਦਾ ਦੇ ਵਾਸਤੇ ਤਿਆਰੀ ਕਰਨ ਨੂੰ ਕਿ ਕਦੀ ਕੱਲ ਨੂੰ ਕੋਈ ਐਕਸੀਡੈਂਟ ਹੋਏ, ਕੋਈ ਆਪਦਾ ਹੈ ਤੇ ਉਹਦੇ 'ਚ ਸਾਰੇ ਕਿੱਦਾਂ ਰਿਸਪੌਂਡਰਸ ਆਪਣਾ ਕੰਮ ਕਰਨਗੇ, ਕੌਣ ਰਿਸਪੌਂਡ ਕਰੇਗਾ, ਕੌਣ ਹੈਲਪ ਕਰੇਗਾ, ਆਪਣਾ ਜਿਹੜਾ ਸਪੈਸੀਫਾਈਡ ਕੰਮ ਹੈ ਡਿਜ਼ਾਸਟਰ ਮੈਨੇਜਮੈਂਟ ਪਲਾਨ ਦੇ ਹਿਸਾਬ ਨਾਲ ਉਹ ਸਾਰੇ ਆਪਣਾ ਟਾਈਮਲੀ ਰਿਸਪੌਂਡ ਕਰਨ ਤੇ ਘੱਟ ਤੋਂ ਘੱਟ ਨੁਕਸਾਨ ਹੋਏ, ਇਸ ਕਰਕੇ ਮੌਕ ਡਰਿਲ ਕੀਤੀ। ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਇੱਕ ਰੇਲ ਐਕਸੀਡੈਂਟ ਹੁੰਦਾ ਹੈ, ਕੋਈ ਪੈਸੇਂਜਰਸ ਨਾਲ ਭਰੀ ਹੋਈ ਬੋਗੀ ਜੇ ਡੀਰੇਲ ਹੋ ਜੇ ਤੇ ਉਦੋਂ ਕਿੱਦਾਂ ਸਭ ਤੋਂ ਪਹਿਲੇ ਇਨੀਸ਼ੀਅਲ ਰਿਸਪੌਂਡਰ ਜਿਹੜੇ ਸਭ ਤੋਂ ਪਹਿਲੇ ਰੇਲਵੇ ਦੇ ਰਿਸਪੌਂਡ ਕਰਨਗੇ, ਫਿਰ ਜਿਸ ਇਲਾਕੇ 'ਚ ਹੋਈ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਰਿਸਪੌਂਡਰਸ ਹੈ ਵੇਰੀਅਸ ਡਿਪਾਰਟਮੈਂਟਸ ਉਹ ਰਿਸਪੌਂਡ ਕਰਨਗੇ। डिस्ट्रिक्ट एडमिनिस्ट्रेशन है, सिविल पुलिस है, फायर वाले है, मेडिकल वाले है। उस तो बाद जो ज़्यादा कोई नुकसान होता है या NDRF में कॉल आती है, फिर NDRF की टीम आती है अपने इक्विपमेंट लैके वो भी रिस्पॉन्ड कर रहे हैं। सारे डिपार्टमेंट्स ਜਿਹੜੇ जिन्ने रिस्पॉन्डर्स अवेलेबल होंगे इलाके 'ਚ जो भी पहुँच जाते हैं वो सारे अपने हिसाब ਨਾਲ काम कर रहे हैं ताकि ਜਿਹੜੇ विक्टिम्स हले भी अंदर फसे हुए हैं उन्होंने टाइमली ਕੱਢ ਕੇ ਜਿਹੜਾ ਹੈ ਉਹ ਮੈਡੀਕਲ ਫੈਸਿਲਿਟੀ ਵਾਸਤੇ ਉਹਨਾਂ ਨੂੰ ਭੇਜ ਦਿੱਤਾ ਜਾਏ ਟਾਈਮਲੀ। देखो ਤੁਸੀਂ देख ही रहे हो ਇੱਥੇ ਮੌਕ ਡਰਿਲ ਚੱਲ ਰਹੀ ਹੈ ਜੀ। ਇਹ ਇੱਕ ਜੁਆਇੰਟਲੀ ਮੌਕ ਡਰਿਲ ਕੀਤੀ ਗਈ ਹੈ NDRF, ਲੋਕਲ ਐਡਮਿਨਿਸਟ੍ਰੇਸ਼ਨ ਤੇ ਰੇਲਵੇਜ਼ ਨਾਲ। ਇਹਦੇ 'ਚ ਇੱਕ ਕੋਚ ਅਸੀਂ ਡੀਰੇਲ ਕੀਤਾ ਹੋਇਆ, ਜਿਹਦੇ 'ਚ ਇਹ ਦਿਖਾਇਆ ਕਿ ਅੰਦਰ ਪੈਸੇਂਜਰ ਫਸੇ ਹੋਏ ਆ, ਉਹਨਾਂ ਨੂੰ ਕਿਵੇਂ ਕੱਢਣਾ ਤੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਹੀ ਜਾਂਦਾ, ਉਹਦੀ ਤਿਆਰੀ ਲਈ ਡਰਿਲ ਕੀਤੀ ਗਈ। ਸਾਡਾ ਜੀ ਪੂਰੀ ਦੇਖੋ ਤੁਸੀਂ ਆਹ ਦੇਖ ਰਹੇ ਹੋ ਇੱਥੇ ਮੈਡੀਕਲ ਵੈਨ ਹੈ, ART ਐਕਸੀਡੈਂਟ ਰਿਲੀਫ ਟ੍ਰੇਨ ਆਈ ਹੋਈ ਹੈ, ਡਾਕਟਰਸ ਹੈਗੇ ਹੈ, ਐਮਪਲੋਈਜ਼ ਹੈ ਜਿਹੜੇ ਕਿ ਟ੍ਰੇਨਡ ਹੈ ਐਸੇ ਐਕਸੀਡੈਂਟਸ ਨੂੰ ਹੈਂਡਲ ਕਰਨ ਲਈ। ਪੂਰੀ ਟੀਮ ਹੈ, ਡਿਵੀਜ਼ਨ ਦੇ ਸਾਰੇ ਆਫੀਸਰ ਇੱਥੇ ਤੁਸੀਂ ਦੇਖ ਰਹੇ ਹੋ ਹੈਗੇ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਵਧਿਆਂ ਅਗਲੀ ਖਬਰ ਵੱਲ। PRTC ਵਿੱਚ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਰਾਹੀਂ ਹੋਏ ਕਥਿਤ ਘੁਟਾਲਾ ਮਾਮਲੇ 'ਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਘੁਟਾਲਾ ਸਾਲਾਂ ਤੋਂ ਨਹੀਂ ਬਲਕਿ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ
ਤੇ ਇਸ ਦੀ ਜਾਂਚ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਵੇਖਦੇ ਹਾਂ ਕੀ ਇਹ ਪੂਰੀ ਖਬਰ। ਪੀਆਰਟੀਸੀ ਦੀਆਂ ਬੱਸਾਂ 'ਚ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਰਾਹੀਂ ਕਥਿਤ ਤੌਰ ਤੇ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਮਾਮਲੇ 'ਚ ਚੱਲ ਰਹੀ ਜਾਂਚ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਘੁਟਾਲਾ ਸਾਲਾਂ ਤੋਂ ਨਹੀਂ ਬਲਕਿ 2-3 ਮਹੀਨਿਆਂ ਤੋਂ ਹੀ ਚੱਲ ਰਿਹਾ ਸੀ। ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਕੌਣ ਹੈ ਤੇ ਇਸ ਨਾਲ ਵਿਭਾਗ ਨੂੰ ਕਿੰਨਾ ਨੁਕਸਾਨ ਹੋਇਆ ਉਸ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕਿ ਸਾਰੀ ਜਾਂਚ ਬਰੀਕੀ ਨਾਲ ਕਰਕੇ ਰਿਪੋਰਟ ਪੇਸ਼ ਕਰੇਗੀ। ਕਾਬਲੇ ਗੌਰ ਹੈ ਕਿ ਉਕਤ ਘੁਟਾਲਾ ਸਾਹਮਣੇ ਆਉਣ ਦੇ ਬਾਅਦ ਵਿਭਾਗ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਮੁੱਢਲੀ ਜਾਂਚ ਵਿੱਚ ਇਹ ਕਿਹਾ ਗਿਆ ਕਿ ਉਕਤ ਮਸ਼ੀਨਾਂ ਵਿੱਚੋਂ ਕੱਟੀਆਂ ਟਿਕਟਾਂ ਵਿੱਚੋਂ ਕੁਝ ਟਿਕਟਾਂ ਮਿਸਿੰਗ ਸਨ ਤੇ ਇਹ ਟਿਕਟਾਂ ਲਗਾਤਾਰ ਨਹੀਂ ਬਲਕਿ ਕਦੇ-ਕਦੇ ਮਿਸਿੰਗ ਕੀਤੀਆਂ ਗਈਆਂ ਤਾਂ ਜੋ ਸ਼ੱਕ ਨਾ ਹੋਵੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ 'ਚ ਅਜੇ ਤੱਕ ਨਾ ਤਾਂ ਕੋਈ FIR ਦਰਜ ਕੀਤੀ ਗਈ ਹੈ ਤੇ ਨਾ ਹੀ ਸੰਬੰਧਿਤ ਵਿਭਾਗੀ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਹਨ। ਹੋਰ ਤਾਂ ਹੋਰ ਪੀਆਰਟੀਸੀ ਵਿਭਾਗ ਕੋਲ ਆਪਣਾ ਇਨਫੋਰਸਮੈਂਟ ਵਿੰਗ ਤੇ ਵਿਜੀਲੈਂਸ ਟੀਮ ਹੋਣ ਦੇ ਬਾਵਜੂਦ ਇਹ ਵੀ ਪਤਾ ਨਹੀਂ ਚੱਲਿਆ ਕਿ ਵਿਭਾਗ ਨੂੰ ਇਸ ਘੁਟਾਲੇ ਰਾਹੀਂ ਕਿੰਨਾ ਚੂਨਾ ਲਗਾਇਆ ਜਾ ਚੁੱਕਿਆ ਹੈ। ਸੋ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੇ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਤਹਿਤ ਬਠਿੰਡਾ ਵਿੱਚ ਪੈਰਾ ਮਿਲਟਰੀ ਫੋਰਸ ਦੀ ਇੱਕ ਕੰਪਨੀ ਵੀ ਤਾਇਨਾਤ ਕੀਤੀ ਗਈ ਹੈ। ਵੇਖਦੇ ਹਾਂ ਇੱਕ ਰਿਪੋਰਟ। ਜੂਨ ਮਹੀਨੇ 'ਚ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਬਠਿੰਡਾ ਵਿੱਚ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਤਾਇਨਾਤ ਕੀਤੀ ਗਈ ਹੈ। ਸ਼ਹਿਰ 'ਚ ਜਗ੍ਹਾ-ਜਗ੍ਹਾ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਜਾਂ ਮਾੜਾ ਅਨਸਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਦੱਸ ਦਈਏ ਕਿ ਡੀਜੀਪੀ ਇੰਟੈਲੀਜੈਂਸ ਪ੍ਰਬੋਧ ਕੁਮਾਰ ਵੱਲੋਂ ਬਠਿੰਡਾ 'ਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਬਠਿੰਡਾ JLN ਚੇਲੀਅਨ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਟੀਮਾਂ ਵੱਲੋਂ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਨਾਲ ਮਿਲ ਕੇ ਸ਼ਹਿਰ ਵਿੱਚ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਹਨਾਂ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਤਾਂ ਜੋ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਫਿਲਹਾਲ ਜਿਹੜੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਘੱਲੂਘਾਰਾ ਦਿਵਸ कोई ऐसी दुर्घटना होने के लिए संभावना नहीं है और जड़े अपने लोकल पुलिस वालों पूरी तैयारी की जाती है। इस घੱਲੂਘਾਰਾ दिवस ਨੂੰ ਆਪਾਂ शांतिपूर्वक निभाने के लिए निपटारा करने ਲਈ ਸਾਨੂੰ लोकल पुलिस ਦੇ अलावा एक कंपनी पैरामिलिट्री फोर्स भी मिली हुई है। ਅਸੀਂ ਉਹਨਾਂ ਨੂੰ फील्ड 'ਚ यूज़ करना शुरू कर ਦਿੱਤਾ और जड़े बठिंडा जिला की पास्ट हिस्ट्री भी देखेंगे तो घੱਲੂਘਾਰਾ इस जिले ਦੇ ਵਿੱਚ ਪੀਸਫੁਲ ਹੀ ਹੁੰਦੀ ਹੈ। ਇਸ ਤੋਂ ਇਲਾਵਾ ਮੈਂ ਬਠਿੰਡਾ ਜ਼ਿਲ੍ਹਾ ਨਿਵਾਸੀਆਂ ਨੂੰ ਅਤੇ ਖਾਸ ਕਰਕੇ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਅਪੀਲ ਕਰੂੰਗਾ ਆਪਾਂ ਅਮਨ ਸ਼ਾਂਤੀ ਨੂੰ ਮੇਨਟੇਨ ਕਰੀਏ। ਫਿਲਹਾਲ ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਪੂਰੀ ਨਿਗਰਾਨੀ ਰੱਖੀ ਹੈ ਇਹਨਾਂ ਦੀ, ਨਾਟ ਓਨਲੀ ਸਿੱਖ ਦਾ ਕਮਿਊਨਿਟੀ ਦਾ और ओवरऑल सारे चीज़ का हर तरफ का जितेबंदी का ਅਸੀਂ मॉनिटरिंग कर रहे हैं। लोड के हिसाब से ਅਸੀਂ फिर आगे कार्रवाई कराएंगे। ਕੈਮਰਾਮੈਨ ਪ੍ਰਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਆਰਚਰੀ ਵਰਲਡ ਕੱਪ 2022 ਚ ਹੋਏ ਤੀਰਅੰਦਾਜ਼ੀ ਦੇ ਮੁਕਾਬਲਿਆਂ 'ਚ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਦੀ ਅਵਨੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ, ਜਿਸ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਖਿਡਾਰਨ ਦਾ ਹੌਸਲਾ ਵਧਾਉਂਦਿਆਂ ਉਸ ਨੂੰ ਮੁਬਾਰਕਬਾਦ ਦਿੱਤੀ। ਦੱਖਣੀ ਕੋਰੀਆ ਵਿੱਚ ਚੱਲ ਰਹੇ ਆਰਚਰੀ ਵਰਲਡ ਕੱਪ 2022 ਚ ਭਾਰਤ ਦੇ ਖਿਡਾਰੀ ਵਧੀਆ ਖੇਡ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕਰ ਰਹੇ ਹਨ। ਇਸੇ ਦੇ ਚੱਲਦਿਆਂ ਹੋਏ ਤੀਰ ਅੰਦਾਜ਼ੀ ਵਿਸ਼ਵ ਕੱਪ ਮੁਕਾਬਲਿਆਂ ਚ ਕਾਂਸੀ ਦਾ ਤਮਗਾ ਜਿੱਤ ਕੇ ਬਠਿੰਡਾ ਦਿਹਾਤੀ ਦੇ ਪਿੰਡ ਸਰਦਾਰਗੜ੍ਹ ਦੀ ਖਿਡਾਰਨ ਅਵਨੀਤ ਕੌਰ ਨੇ ਨਾ ਸਿਰਫ ਬਠਿੰਡਾ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਨੂੰ ਲੈ ਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਅਵਨੀਤ ਦੇ ਵਧੀਆ ਖੇਡ ਪ੍ਰਦਰਸ਼ਨ ਨਾਲ ਹਾਸਿਲ ਕੀਤੀ ਜਿੱਤ ਤੇ ਮੁਬਾਰਕਬਾਦ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਵਨੀਤ ਕੌਰ ਨੂੰ ਖੇਡ ਜਗਤ 'ਚ ਹੋਰ ਨਾਮਣਾ ਖੱਟਣ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਉਹਨਾਂ ਦੇ OST ਭਾਂਜੇ ਪ੍ਰਦੀਪ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵੇਖਦੇ ਹਾਂ ਇੱਕ ਰਿਪੋਰਟ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਉਹਨਾਂ ਦੇ OST ਭਾਂਜੇ ਪ੍ਰਦੀਪ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਵਿਜੀਲੈਂਸ ਵਿਭਾਗ ਨੇ ਸਿੰਗਲਾ ਤੇ ਉਹਨਾਂ ਦੇ ਭਾਂਜੇ ਪ੍ਰਦੀਪ ਦੇ 4 ਬੈਂਕ ਖਾਤਿਆਂ ਦਾ ਪਤਾ ਲਗਾਇਆ ਹੈ, ਜਿਸ ਦੀ ਜਾਂਚ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਜੁਟ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੰਤਰੀ ਬਣਨ ਦੇ ਬਾਅਦ ਸਿੰਗਲਾ ਦੇ ਇਹਨਾਂ ਖਾਤਿਆਂ 'ਚ ਕਿੰਨਾ ਪੈਸਾ ਜਮ੍ਹਾਂ ਹੋਇਆ ਹੈ। ਵਿਜੇ ਸਿੰਗਲਾ ਦੇ ਖਿਲਾਫ ਪੀਸੀ ਐਕਟ 7-8 ਦੇ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਦੀ ਸੰਪत्ति ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਵਿਜੇ ਸਿੰਗਲਾ ਸਿਰਫ 66 ਦਿਨ ਹੀ ਕੈਬਨਿਟ ਮੰਤਰੀ ਰਹੇ, ਪਰ ਇਸ ਦੌਰਾਨ ਉਹਨਾਂ ਨੇ ਜਿੰਨਾ ਖੇਤੀ ਜ਼ਮੀਨ, ਕਮਰਸ਼ੀਅਲ ਪ੍ਰਾਪਰਟੀ ਅਤੇ ਰਿਹਾਇਸ਼ੀ ਪਲਾਟਾਂ ਨੂੰ ਲੈ ਕੇ ਸੌਦੇ ਕੀਤੇ ਸਨ, ਉਹਨਾਂ ਦੀ ਜਾਂਚ ਵਿਜੀਲੈਂਸ ਵਿਭਾਗ ਨੇ ਸ਼ੁਰੂ ਕੀਤੀ ਹੈ, ਜੋ ਮਾਨਸਾ, ਮੋਹਾਲੀ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਹੋ ਰਹੀ ਹੈ। ਮੰਤਰੀ ਦੇ ਅਹੁਦੇ ਦੀ ਗਲਤ ਵਰਤੋਂ ਸਾਬਤ ਹੋਣ ਤੇ ਵਿਜੇ ਸਿੰਗਲਾ ਦੇ ਖਿਲਾਫ ਧਾਰਾ 403 ਨੂੰ ਵੀ ਦਰਜ ਮਾਮਲੇ 'ਚ ਜੋੜ ਲਿਆ ਜਾਏਗਾ ਤੇ ਇਹੀ ਧਾਰਾ ਉਹਨਾਂ ਦੇ ਓਐਸਡੀ ਭਾਣਜੇ ਪ੍ਰਦੀਪ ਕੁਮਾਰ ਦੇ ਖਿਲਾਫ ਵੀ ਜੋੜੀ ਜਾਏਗੀ। ਬਿਊਰੋ ਰਿਪੋਰਟ, ਫਾਸਟ ਵੇ ਨਿਊਜ਼, ਬਠਿੰਡਾ। ਖਬਰਨਾਮਾ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਮਿਊਜ਼ਿਕ ਕੰਪਨੀ ਤੋਂ ਕਾਪੀਰਾਈਟ ਲਾਇਸੈਂਸ ਲਏ ਬਿਨਾਂ ਕੋਈ ਵੀ ਡੀਜੇ ਸਮਾਗਮ ਪ੍ਰਬੰਧਕ ਵਿਆਹਾਂ ਜਾਂ ਖੁਸ਼ੀ ਸਮਾਗਮਾਂ ਵਿੱਚ ਗੀਤ ਨਹੀਂ ਚਲਾ ਸਕਣਗੇ, ਜਿਸ ਨੂੰ ਲੈ ਕੇ ਇਹਨਾਂ ਸਮਾਗਮ ਪ੍ਰਬੰਧਕਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਵੇਖਦੇ ਹਾਂ ਬਠਿੰਡਾ ਤੋਂ ਇੱਕ ਰਿਪੋਰਟ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਿਆਹ ਤੇ ਹੋਰਨਾਂ ਖੁਸ਼ੀ ਸਮਾਗਮਾਂ ਵਿੱਚ ਡੀਜੇ ਚਲਾਉਣ ਵਾਲੇ ਸਮਾਗਮ ਪ੍ਰਬੰਧਕਾਂ ਲਈ ਸਖਤ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਡੀਜੇ ਵਾਲੇ ਵਿਅਕਤੀ ਬਿਨਾਂ ਮਿਊਜ਼ਿਕ ਕੰਪਨੀ ਤੋਂ ਕਾਪੀਰਾਈਟ ਲਾਇਸੈਂਸ ਲਏ ਕੋਈ ਵੀ ਗਾਣਾ ਨਹੀਂ ਚਲਾ ਸਕਣਗੇ ਤੇ ਖੁਸ਼ੀ ਸਮਾਗਮਾਂ ਵਿੱਚ ਡੀਜੇ ਲਗਾਉਣ ਲਈ ਲਾਇਸੈਂਸਸ਼ੁਦਾ ਹੋਣਾ ਲਾਜ਼ਮੀ ਹੋਵੇਗਾ। ਕੋਰਟ ਦੇ ਇਹਨਾਂ ਹੁਕਮਾਂ ਦੇ ਬਾਅਦ ਡੀਜੇ ਤੇ ਸਾਊਂਡ ਦਾ ਕੰਮ ਕਰਨ ਵਾਲੇ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਬਠਿੰਡਾ 'ਚ ਡੀਜੇ ਦਾ ਕੰਮ ਕਰਨ ਵਾਲੇ ਸਮਾਗਮ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰੋਨਾ ਦੇ ਚੱਲਦਿਆਂ ਲਾਕਡਾਊਨ ਕਰਕੇ ਉਹਨਾਂ ਦਾ ਕੰਮਕਾਰ ਠੱਪ ਸੀ ਤੇ ਹੁਣ ਜਦੋਂ ਉਹਨਾਂ ਦਾ ਰੁਜ਼ਗਾਰ ਚੱਲਣ ਲੱਗਾ ਸੀ ਤਾਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ। ਦੂਸਰਾ, ਉਹ ਵੱਖ-ਵੱਖ ਗੀਤ ਚਲਾਉਂਦੇ ਹਨ ਤੇ ਪੰਜਾਬ ਵਿੱਚ ਹੀ ਘੱਟੋ-ਘੱਟ 60 ਤੋਂ 70 ਕੰਪਨੀਆਂ ਹਨ ਤੇ ਅਜਿਹੇ ਜੋ ਕਿਸ-ਕਿਸ ਕੰਪਨੀ ਦਾ ਲਾਇਸੈਂਸ ਲੈਣਗੇ। ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਜੀ, ਇਸ ਤੇ ਸਾਡੇ ਸੌਣ ਵਾਲਿਆਂ ਤੇ ਬਹੁਤ ਵੱਡਾ ਬੋਝ ਪੈ ਗਿਆ। ਸਭ ਤੋਂ ਵੱਡੀ ਪ੍ਰੋਬਲਮ ਹੈ ਵੀ ਕਿਹੜੀ ਕੰਪਨੀ ਤੋਂ ਕਿਹੜਾ ਲਾਇਸੈਂਸ ਲਵਾਂਗੇ, ਕਿਹਦੇ ਕੋਲ ਲਵਾਂਗੇ। ਘੱਟੋ ਘੱਟ ਨਾ ਕਰ ਰਹੀ 70-80 ਕੰਪਨੀ ਹੈ ਕੱਲੀਆਂ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਹਰਿਆਣੇ 'ਚ ਕੰਪਨੀ ਹੈ, ਗੀਤ ਸਾਰੇ ਵੱਜਦੇ ਆ, ਹਰਿਆਣੇ ਦੇ ਵੀ ਵੱਜਦੇ ਆ, ਪੰਜਾਬ ਦੇ ਵੱਜਦੇ ਆ। ਇਹ ਸਾਨੂੰ ਬਹੁਤ ਵੱਡੀ ਸਮੱਸਿਆ ਹੈ। ਸਭ ਤੋਂ ਪਹਿਲਾਂ ਸਾਨੂੰ ਲਾਕਡਾਊਨ ਦਾ ਮਾਰ ਪਈ ਹੈ, ਸਾਡੀ ਲੇਬਰ ਚਲੀ ਗਈ ਇੱਥੋਂ। ਉਸ ਤੋਂ ਬਾਅਦ ਕਈ ਤਾਂ ਲੇਬਰ ਵਾਲੇ ਰੇਹੜੀਆਂ ਲਾਉਣ ਲੱਗੇ ਸਬਜ਼ੀ ਦੀਆਂ, ਕਈ ਲੇਬਰ ਵਾਲੇ ਮਕਾਨ ਬਣਾਉਣ ਲੱਗੇ ਤੇ ਕਈ ਛੋਟੇ ਦੁਕਾਨਦਾਰ ਦੁਕਾਨਾਂ ਹੀ ਛੱਡ ਕੇ ਸਮਾਨ ਸੇਲ ਕਰ ਦਿੱਤਾ। ਮਿੱਟੀ ਦੇ ਭਾਅ, ਇਹ ਨਵਾਂ ਸਾਡੇ ਉੱਤੇ ਬੋਝ ਪਿਆ। ਇਹ ਗਵਰਨਮੈਂਟ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ। ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ, ਤੁਸੀਂ ਖੁਦ ਕਲਾਕਾਰ ਹੁੰਦੇ ਤੁਹਾਨੂੰ ਪਤਾ ਹੈ ਵੀ ਸਾਊਂਡ ਵਾਲੇ ਨੂੰ, ਡੀਜੇ ਨੂੰ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ। ਸਾਡੇ ਖਰਚੇ ਇੰਨੇ ਵੱਧ ਚੁੱਕੇ ਆ, ਸਾਨੂੰ ਡੀਜ਼ਲ ਪੈਟਰੋਲ ਦੇ ਖਰਚੇ ਵੱਧ ਚੁੱਕੇ ਆ, ਸਾਨੂੰ ਲੇਬਰ ਡਬਲ ਰੇਟ ਤੇ ਲਿਆਉਣੀ ਪੈਂਦੀ ਹੈ, ਲੇਕਿਨ ਸਾਡੀ ਪੇਮੈਂਟਾਂ ਬਹੁਤ ਘੱਟ ਗਈਆਂ। ਅਸੀਂ ਬੇਨਤੀ ਕਰਦੇ ਹਾਂ, ਸਾਨੂੰ ਇੱਕ ਹੀ ਜਗ੍ਹਾ ਤੋਂ ਲਾਇਸੈਂਸ ਇਸ਼ੂ ਕੀਤਾ ਜਾਵੇ। ਜਿਵੇਂ ਡਰਾਈਵਿੰਗ ਲਾਇਸੈਂਸ ਇੱਕ ਵਿੰਡੋ ਤੋਂ ਹੁੰਦਾ, ਐਵੇਂ ਜ਼ਿਕਰ ਹੀ ਸਾਊਂਡ ਆ ਇੱਕ ਜਗ੍ਹਾ ਦਾ ਲਾਇਸੈਂਸ ਇਸ਼ੂ ਕੀਤਾ ਜਾਵੇ। ਇੱਥੇ ਡੀਜੇ ਸਾਊਂਡ ਵਾਲੇ ਇਹਨਾਂ ਵਿਅਕਤੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੋਟੀਫਿਕੇਸ਼ਨ ਨਾਲ ਉਹਨਾਂ ਦਾ ਕੰਮਕਾਰ ਬਿਲਕੁਲ ਠੱਪ ਕਰ ਦਿੱਤਾ ਗਿਆ ਤੇ ਦੂਸਰਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੂੰ ਲਾਇਸੈਂਸ ਸਰਕਾਰ ਜਾਰੀ ਕਰੇਗੀ ਜਾਂ ਫਿਰ ਕੰਪਨੀਆਂ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਅਪੀਲ ਹੈ ਕਿ ਸਰਕਾਰ ਉਹਨਾਂ ਨੂੰ ਲਾਇਸੈਂਸ ਛੋਟੇ ਸਕੇਲ ਤੇ ਬਣਾ ਕੇ ਦੇਵੇ, ਜਿਸ ਨਾਲ ਉਹਨਾਂ ਨੂੰ ਵੀ ਰਾਹਤ ਮਿਲੇ। ਕਹਿਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਰਹੀ, ਕਿਉਂਕਿ ਸਾਡਾ ਤਾਂ ਬਿਜ਼ਨਸ ਬਿਲਕੁਲ ਹੀ ਠੱਪ ਕਰਤਾ। ਗਵਰਨਮੈਂਟ ਇਸ ਬਾਰੇ ਕੁਝ ਸੋਚੇ, ਕਿਉਂਕਿ ਲਾਕਡਾਊਨ 3 ਸਾਲ ਤੁਹਾਡੇ ਸਾਹਮਣੇ ਕੰਮ ਦਾ ਬੁਰਾ ਹਾਲ ਰਿਹਾ। ਜੋ ਕਿ ਐਂ ਕਹ ਲਓ ਸਾਡੇ ਕੋਲ ਲੇਬਰ ਵਾਲੇ ਜਾਂ ਜੋ ਵੀ ਦੁਕਾਨਾਂ ਦੇ ਕਿਰਾਏ ਉਹ ਅਸੀਂ ਆਪਦੇ ਪੱਲੋਂ ਪੇ ਕੀਤੇ ਹੈ ਤੇ ਹੁਣ ਤੱਕ ਕੰਮ ਦਾ ਬੁਰਾ ਹਾਲ ਹੈ। ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਇਸ ਮੁੱਦੇ ਤੇ ਵੀ ਸਾਡੇ ਜਿਹੜੇ ਲਾਇਸੈਂਸ ਆ ਗਵਰਨਮੈਂਟ ਬਹੁਤ ਛੋਟੇ ਸਕੇਲ ਤੇ ਸਾਨੂੰ ਬਣਾ ਕੇ ਦੇਵੇ, ਤਾਂ ਕਿ ਸਾਡੇ ਕੰਪਨੀਆਂ ਤੋਂ ਛੁਟਕਾਰਾ ਹੋਵੇ। ਕੰਪਨੀਆਂ ਸਾਨੂੰ ਲੁੱਟਣ ਦੇ ਵੱਲ ਲੱਗੇ ਹੋਏ। ਬਸ ਅਸੀਂ ਤਾਂ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਜੀ ਨੂੰ, ਉਹ ਆਪ ਖੁਦ ਕਲਾਕਾਰ ਹੈ, ਉਹ ਇਸ ਬਾਰੇ ਸੋਚਣ ਤੇ ਸਾਨੂੰ ਕੋਈ ਰਾਹਤ ਮਿਲੇ। ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਕੰਮ ਤਾਂ ਬਿਲਕੁਲ ਸਲੰਪੀ ਸੀ। ਇਸ ਸੀਜ਼ਨ ਥੋੜਾ ਜਿਹਾ ਕੰਮ ਸਟਾਰਟ ਹੋਇਆ, ਹਜੇ ਸ਼ੁਰੂਆਤ ਆ। ਹੁਣ ਲੇਬਰ ਨਹੀਂ ਸਾਨੂੰ ਮਿਲਦੀ, ਕਿਉਂਕਿ ਲੇਬਰ ਜਿਹੜੀ ਸੀ ਸਾਡੇ ਕੋਲ ਉਹ ਸਾਰੀ ਇੱਧਰ ਉੱਧਰ ਚਲੀ ਗਈ। ਹੁਣ ਲੇਬਰ ਸਾਨੂੰ ਪ੍ਰੋਪਰ ਨਹੀਂ ਮਿਲਦੀ, ਉਹਦੇ ਖਰਚੇ ਵੱਧ ਪੈਂਦੇ ਆ। ਤੇਲ ਮਹਿੰਗੇ ਹੋ ਗਏ, ਗੱਡੀਆਂ ਦੇ ਖਰਚੇ ਵੱਧ ਪੈਂਦੇ ਆ। ਸਾਡੀ ਕਮਾਈ ਤਾਂ ਬਿਲਕੁਲ ਖਤਮ ਹੀ ਹੈ ਅੱਜ ਦੇ ਟਾਈਮ। ਸਰ, ਸਾਨੂੰ ਹੁਣੇ ਪਤਾ ਲੱਗਿਆ ਹੈਗਾ ਵੀ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਹੈ, ਡਿਸੀਜਨ ਦਿੱਤਾ ਹੈਗਾ ਵੀ ਜੋ ਵੀ ਡੀਜੇ ਦੇ ਉੱਪਰ ਗਾਣੇ ਚੱਲਣਗੇ ਉਹਦੇ ਵਾਸਤੇ ਕੰਪਨੀ ਤੋਂ ਲਾਇਸੈਂਸ ਲੈਣਾ ਪਏਗਾ।
ਹੁਣ ਇਹ ਕਲੀਅਰ ਨਹੀਂ ਕੀਤਾ ਵੀ ਉਹ ਲਾਇਸੈਂਸ ਕੰਪਨੀ ਇਸ਼ੂ ਕਰੇਗੀ ਜਾਂ ਗਵਰਨਮੈਂਟ ਇਸ਼ੂ ਕਰੇਗੀ, ਕਿਉਂਕਿ ਕੰਪਨੀਆਂ ਦੀ ਜੇ ਗੱਲ ਕਰੀਏ ਤਾਂ ਕੰਪਨੀਆਂ ਤਾਂ ਹਜ਼ਾਰਾਂ ਹੈਗੀਆਂ, ਕਿਸ ਕਿਸ ਦਾ ਲਾਇਸੈਂਸ ਲਿੱਤਾ ਜਾਏਗਾ। ਜੇ ਕੋਈ ਗਵਰਨਮੈਂਟ ਵੱਲੋਂ ਐਸਾ ਸਿਸਟਮ ਬਣੇ ਵੀ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਲਾਇਸੈਂਸ ਇਸ਼ੂ ਕਰੇ ਤਾਂ ਅਸੀਂ ਲੈਣ ਨੂੰ ਸਾਨੂੰ ਕੋਈ ਦਿੱਕਤ ਨਹੀਂ, ਸਾਰੇ ਤਿਆਰ ਹੈ। ਹੁਣ ਜੇ ਕੰਪਨੀ ਦੀ ਗੱਲ ਕਰੀਏ, ਮੰਨ ਲਓ ਤੁਹਾਡਾ ਕੋਈ ਗਾਣਾ ਹੈਗਾ ਉਹ ਇੱਕ ਸੁਪਰ ਹਿੱਟ ਹੋ ਜਾਂਦਾ ਹੈ, ਤਾਂ ਤੁਸੀਂ ਆਪਣੀ ਕੰਪਨੀ ਖੋਲ ਕੇ ਬਹਿ ਜਾਓ ਜੀ ਮੇਰੀ ਕੰਪਨੀ ਹੈ ਜੀ, ਤੁਸੀਂ ਗਾਣੇ ਦੀ ਪਰਮਿਸ਼ਨ ਲਓ, ਇਹਦਾ ਲਾਇਸੈਂਸ ਲਓ। ਬਠਿੰਡੇ ਵਿੱਚ ਮੇਰੇ ਖਿਆਲ 40-50 ਕੰਪਨੀਆਂ ਹੋਣਗੀਆਂ ਤੇ ਪੰਜਾਬ ਦੇ ਵਿੱਚ ਤਾਂ ਹਜ਼ਾਰਾਂ ਕੰਪਨੀਆਂ ਹੈਗੀਆਂ। ਤੇ ਨੈਸ਼ਨਲ ਲੈਵਲ ਦੀ ਗੱਲ ਕਰੀਏ ਜਿਵੇਂ HMV ਹੈ, ਟੀ ਸੀਰੀਜ਼ ਹੈ, ਵੀਨਸ ਹੈ, ਟਿਪਸ ਹੈ, ਹੋਰ ਜਿਹੜੀਆਂ ਬਹੁਤ ਫੇਮਸ ਕੰਪਨੀਆਂ ਹੈਗੀਆਂ, ਤਾਂ ਉਹਨਾਂ ਦੇ ਲਾਇਸੈਂਸ ਲੈਣੇ, ਕਿਸ ਦਾ ਲਾਇਸੈਂਸ ਲਏਗਾ ਬੰਦਾ? ਇਸ ਬਾਰੇ ਕੋਈ ਉਹਨਾਂ ਨੇ ਕਲੀਅਰ ਨੋਟੀਫਿਕੇਸ਼ਨ ਨਹੀਂ ਕੀਤੀ ਵੀ ਕਿਸ ਤੋਂ ਲਾਇਸੈਂਸ ਲੈਣਾ ਹੈਗਾ। ਸਾਡੀ ਸਰਕਾਰ ਨੂੰ ਵੀ ਔਰ ਮਾਨਯੋਗ ਕੋਰਟ ਨੂੰ ਵੀ ਇਹ ਬੇਨਤੀ ਹੈ ਵੀ ਕੋਈ ਐਸਾ ਫੈਸਲਾ ਕੀਤਾ ਜਾਵੇ ਕਿ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਲਾਇਸੈਂਸ ਇਸ਼ੂ ਕਰੇ ਤਾਂ ਕਿ ਅਸੀਂ ਲਾਇਸੈਂਸ ਲੈ ਸਕੀਏ, ਨਾ ਕਿ ਸਾਨੂੰ ਕੰਪਨੀਆਂ ਦੇ ਪੱਲੇ ਪਾਇਆ ਜਾਵੇ ਵੀ ਕੰਪਨੀਆਂ ਆ ਕੇ ਲਾਇਸੈਂਸ ਦੇਣਗੀਆਂ। ਦੱਸ ਦਈਏ ਕਿ ਮਾਨਯੋਗ ਅਦਾਲਤ ਨੇ ਸਖਤ ਸ਼ਬਦਾਂ ਵਿੱਚ ਇਹ ਕਿਹਾ ਹੈ ਕਿ ਬਿਨਾਂ ਕਾਪੀਰਾਈਟ ਲਾਇਸੈਂਸ ਡੀਜੇ ਸਮਾਗਮ ਪ੍ਰਬੰਧਕ ਕਿਸੇ ਵੀ ਸਮਾਗਮ ਵਿੱਚ ਗੀਤ ਨਹੀਂ ਚਲਾ ਸਕਣਗੇ। ਇਸ ਲਈ ਇਹਨਾਂ ਸਮਾਗਮ ਪ੍ਰਬੰਧਕਾਂ ਨੂੰ ਪਹਿਲਾਂ 뮤직 ਕੰਪਨੀ ਤੋਂ ਲਾਇਸੈਂਸ ਲੈਣਾ ਹੋਵੇਗਾ, ਤਾਂ ਹੀ ਉਹ ਲੋਕਾਂ ਦੀ ਪਸੰਦ ਦੇ ਗਾਣੇ ਚਲਾ ਸਕਣਗੇ। ਤੇ ਜੇਕਰ ਕਾਪੀਰਾਈਟ ਲਾਇਸੈਂਸ ਨਹੀਂ ਲਿਆ ਜਾਂਦਾ ਤਾਂ ਕਾਪੀਰਾਈਟ ਐਕਟ ਦੀ ਉਲੰਘਣਾ ਦੇ ਮਾਮਲੇ 'ਚ ਕੇਸ ਦਰਜ ਕੀਤਾ ਜਾ ਸਕਦਾ ਹੈ, ਜਿਸ ਨੂੰ ਲੈ ਕੇ ਡੀਜੇ ਦਾ ਕੰਮ ਕਰਕੇ ਆਪਣੇ ਘਰਾਂ ਦਾ ਰੁਜ਼ਗਾਰ ਚਲਾਉਣ ਵਾਲੇ ਇਹਨਾਂ ਸਮਾਗਮ ਪ੍ਰਬੰਧਕਾਂ ਨੂੰ ਆਪਣੇ ਰੁਜ਼ਗਾਰ ਦਾ ਫਿਕਰ ਸਤਾਉਣ ਲੱਗਾ ਹੈ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਭਾਸ਼ਾ ਵਿਭਾਗ ਵੱਲੋਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਅਤੇ ਆਲੋਚਨਾਤਮਕ ਪਰਿਪੇਖ ਬਾਰੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਬਠਿੰਡਾ ਵਿੱਚ ਕਰਵਾਇਆ ਗਿਆ, ਜਿੱਥੇ ਉੱਘੇ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਨੂੰ ਲੈ ਕੇ ਚਰਚਾ ਕੀਤੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਵਿਸ਼ੇਸ਼ ਸਮਾਗਮ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਸਾਹਿਤ ਨਾਲ ਜੁੜ ਸਕਣ। ਇੱਕ ਵਾਰ ਫਿਰ ਅਜਿਹਾ ਹੀ ਉਪਰਾਲਾ ਜ਼ਿਲ੍ਹਾ ਭਾਸ਼ਾ ਵਿਭਾਗ ਬਠਿੰਡਾ ਵੱਲੋਂ SSD ਗਰਲਜ਼ ਕਾਲਜ ਵਿੱਚ ਕਰਵਾਇਆ ਗਿਆ, ਜਿੱਥੇ ਪੰਜਾਬੀ ਦੇ ਉੱਘੇ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਤੇ ਆਲੋਚਨਾਤਮਕ ਪਰਿਪੇਖ ਬਾਰੇ ਚਰਚਾ ਕੀਤੀ ਗਈ। ਇੱਥੇ ਉੱਘੇ ਕਹਾਣੀਕਾਰ ਅਤਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਆਪਣੀ ਕਹਾਣੀ ਗਲਗੂਠਾ ਦੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕੀਤੀ, ਜਿਸ ਤੇ ਆਲੋਚਨਾਤਮਕ ਟਿੱਪਣੀ ਉੱਘੇ ਆਲੋਚਕ ਰਵਿੰਦਰ ਸੰਧੂ ਨੇ ਕੀਤੀ। ਇਸ ਤੋਂ ਬਾਅਦ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਨੇ ਆਪਣੀ ਕਹਾਣੀ ਤਪਸ਼ ਬਾਰੇ ਦੱਸਿਆ, ਜਿਸ ਦਾ ਆਲੋਚਨਾਤਮਕ ਪਰਿਪੇਖ ਗੁਰਦੇਵ ਖੋਖਰ ਵੱਲੋਂ ਕੀਤਾ ਗਿਆ। ਇੱਥੇ ਹੀ ਕਹਾਣੀਕਾਰ ਅਮਰਜੀਤ ਸਿੰਘ ਮਾਨ ਵੱਲੋਂ ਆਪਣੀ ਕਹਾਣੀ ਧੋਬੀ ਪਟਕਾ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਣ ਤੇ ਆਲੋਚਕ ਪ੍ਰੋਫੈਸਰ ਪ੍ਰਗਟ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਦੇ ਬਾਅਦ ਅੰਤ ਵਿੱਚ ਕਹਾਣੀ ਹਥੇਲੀ ਤੇ ਰੱਖਿਆ ਸੂਰਜ ਬਾਰੇ ਕਹਾਣੀਕਾਰ ਆਗਾਜ਼ਬੀਰ ਨੇ ਦੱਸਿਆ, ਜਿਸ ਤੇ ਆਲੋਚਕ ਡਾਕਟਰ ਰਵਿੰਦਰ ਸੰਧੂ ਨੇ ਆਪਣੇ ਵਿਚਾਰ ਦੱਸੇ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਅੱਜ ਕਹਾਣੀਆਂ ਸੰਬੰਧੀ ਜੋ ਸਮਾਗਮ ਕਰਵਾਇਆ ਗਿਆ, ਉਸ ਵਿੱਚ ਜਿੱਥੇ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਦੀ ਸਿਰਜਣਾ ਦੀ ਗੱਲ ਕੀਤੀ, ਉੱਥੇ ਹੀ ਆਲੋਚਕਾਂ ਨੇ ਇਹਨਾਂ ਕਹਾਣੀਆਂ ਦੇ ਚੰਗੇ ਮਾੜੇ ਪੱਖਾਂ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਸਮਾਗਮ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਸੀ, ਜਿਸ ਨੂੰ ਵਿਦਿਆਰਥੀਆਂ ਨੇ ਬੇਹੱਦ ਧਿਆਨ ਨਾਲ ਸੁਣਿਆ। ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਵੱਲੋਂ ਕਹਾਣੀ ਦੇ ਸੰਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਕਹਾਣੀ ਸਿਰਜਣ ਪ੍ਰਕਿਰਿਆ ਤੇ ਆਲੋਚਨਾਤਮਕ ਪਰਿਪੇਖ। ਇਸ ਦੇ ਵਿੱਚ 4 ਕਹਾਣੀਕਾਰ ਅਸੀਂ ਬੁਲਾਏ ਸੀ, ਜਿਸ ਦੇ ਵਿੱਚ ਜਸਪਾਲ ਮਾਨਖੇੜਾ ਜੀ, ਆਗਾਜ਼ਬੀਰ, ਭੁਪਿੰਦਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ਇਹ ਚਾਰੇ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਬੱਚਿਆਂ ਨੂੰ ਦੱਸਿਆ ਤੇ 4 ਹੀ ਅਸੀਂ ਆਲੋਚਕ ਬੁਲਾਏ ਸੀ, ਜਿਹੜੇ ਕਿ ਇਹਨਾਂ ਕਹਾਣੀਆਂ ਦੇ ਸੰਬੰਧ ਵਿੱਚ ਬੋਲੇ, ਇਹਨਾਂ ਦੀ ਚੰਗੇ ਤੇ ਮਾੜੇ ਪੱਖਾਂ ਦੀ ਗੱਲਬਾਤ ਕੀਤੀ, ਜਿਹਦੇ ਵਿੱਚ ਡਾਕਟਰ ਰਵਿੰਦਰ ਸੰਧੂ ਨੇ 2 ਕਹਾਣੀਆਂ ਬਾਰੇ ਬੋਲਿਆ, ਗੁਰਦੇਵ ਖੋਖਰ ਜੀ ਉਹਨਾਂ ਨੇ ਇੱਕ ਕਹਾਣੀ ਬਾਰੇ ਬੋਲਿਆ ਤੇ ਪ੍ਰੋਫੈਸਰ ਪ੍ਰਗਟ ਸਿੰਘ ਜੀ ਬਰਾੜ ਉਹਨਾਂ ਨੇ ਵੀ ਇੱਕ ਕਹਾਣੀ ਬਾਰੇ ਆਲੋਚਨਾ ਕੀਤੀ। ਇਹ ਸਾਰਾ ਪ੍ਰੋਗਰਾਮ ਬੜਾ ਹੀ ਕੰਪੈਕਟ ਜਿਹਨੂੰ ਕਹਿ ਸਕਦੇ ਆਪਾਂ ਹੋ ਨਿਬੜਿਆ। ਸਾਰੇ ਹੀ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਇਸ ਸਮਾਗਮ ਨੂੰ ਸੁਣਿਆ, ਕਿਉਂਕਿ ਇਹ ਸਮਾਗਮ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀਗਾ, ਬੜਾ ਸਗੋਂ ਇਹ ਚਿੰਤਨ ਕਰਨ ਵਾਲਾ ਸਮਾਗਮ ਸੀ। ਤੇ ਇਸ ਵਿੱਚ MA ਜੋ ਪੰਜਾਬੀ ਕਰ ਰਹੇ ਬੱਚੇ ਉਹਨਾਂ ਨੇ ਭਾਗ ਲਿਆ। ਇਸ ਤੋਂ ਬਿਨਾਂ
BA ਦੇ ਵਿੱਚ ਜੋ ਲਿਟਰੇਚਰ ਦੇ ਬੱਚੇ ਨੇ, ਪੰਜਾਬੀ ਲਿਟਰੇਚਰ ਦੇ, ਉਹਨਾਂ ਨੇ ਭਾਗ ਲਿਆ ਤੇ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਬੱਚਿਆਂ ਨੂੰ ਮੁੱਖ ਰੱਖ ਕੇ ਹੀ ਉਲੀਕਿਆ ਗਿਆ ਸੀ, ਕਿਉਂਕਿ ਲਿਟਰੇਚਰ ਵਾਲੇ ਬੱਚਿਆਂ ਦਾ, ਪੰਜਾਬੀ MA ਵਾਲੇ ਬੱਚਿਆਂ ਦਾ ਸਾਹਿਤ ਦੇ ਨਾਲ ਗੂੜਾ ਰਿਸ਼ਤਾ ਹੈਗਾ। ਇਸ ਕਰਕੇ ਇਹ ਕਹਾਣੀ ਦਰਬਾਰ ਜਾਂ ਕਹਾਣੀ ਪਾਠ ਕਰਾਉਣ ਦੀ ਬਜਾਏ ਅਸੀਂ ਕਹਾਣੀ ਸਿਰਜਣ ਪ੍ਰਕਿਰਿਆ ਤੇ ਉਸਦੇ ਆਲੋਚਨਾਤਮਕ ਪ੍ਰਤੀਕ ਬਾਰੇ ਗੱਲਬਾਤ ਕੀਤੀ। ਇੱਥੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਕਰਵਾਏ ਇਸ ਸਮਾਗਮ ਨੂੰ ਸਫਲ ਦੱਸਦਿਆਂ ਕਿਹਾ ਕਿ ਇਹ ਸਮਾਗਮ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੇ ਕੰਮ ਆਵੇਗਾ, ਕਿਉਂਕਿ ਅਜਿਹੇ ਸਮਾਗਮ ਘੱਟ ਹੁੰਦੇ ਹਨ, ਜਿਸ ਲਈ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਅੱਜ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਅਫਸਰ ਕੀਰਤੀ ਕਿਰਪਾਲ ਹੋਰਾਂ ਦੀ ਅਗਵਾਈ ਹੇਠ ਜਿਹੜਾ ਇਹ ਸਮਾਗਮ ਹੋਇਆ ਹੈ, ਇਹ ਸੱਚਮੁੱਚ ਹੀ ਇੱਕ ਮਿਸਾਲੀ ਸਮਾਗਮ ਹੈ। ਇਸ ਸਮਾਗਮ ਨੇ ਭਾਸ਼ਾ ਵਿਭਾਗ ਦੀ ਉਹ ਪਹਿਲਾਂ ਵਾਲੀ ਆਭਾ ਫਿਰ ਸੁਰਜੀਤ ਕਰਤੀ। ਪਹਿਲਾਂ ਵਾਲੀ ਜਿਹੜੀ ਪਰੰਪਰਾ ਸੀ, ਵਿੱਚ ਜਿਹੜਾ ਕੁਝ ਗੈਪ ਪੈ ਗਿਆ ਸੀ, ਉਹਨੂੰ ਇੱਕ ਵਾਰੀ ਫੇਰ ਗਾਡੀ ਲੀਹ ਤੇ ਚੜਾ ਲਿਆ ਤੇ ਬਹੁਤ ਹੀ ਕਮਾਲ ਦਾ ਸਮਾਗਮ ਸੀ, ਸਫਲ ਸਮਾਗਮ ਸੀ। ਬੱਚੇ ਜਦ ਮੈਂ ਦੇਖ ਰਿਹਾ ਸੀ ਬੱਚਿਆਂ ਦੇ ਚਿਹਰਿਆਂ ਵੱਲ, ਉਹਨਾਂ ਦੇ ਚਿਹਰਿਆਂ 'ਤੇ ਇੱਕ ਖੁਸ਼ੀ, ਇੱਕ ਹੁਲਾਸ, ਇੱਕ ਕਰੋਸਟੀ ਝਲਕ ਰਹੀ ਸੀ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇਗੇ ਉਹ ਇਸ ਕਿਸਮ ਦੇ ਲਾਈਵ ਜਿਹੜੇ ਸਮਾਗਮ ਨੇਗੇ ਉਹਨਾਂ ਤੋਂ ਦੂਰ ਜਾ ਰਹੇ ਨੇਗੇ ਤੇ ਇਹ ਲਾਈਵ ਸਮਾਗਮ ਕਰਕੇ ਉਹਨਾਂ ਦੇ ਕਾਲਜ ਵਿੱਚ ਆ ਕੇ ਭਾਸ਼ਾ ਵਿਭਾਗ ਨੇ, ਕੀਰਤੀ ਕਿਰਪਾਲ ਹੋਰਾਂ ਨੇ, ਉਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਇਹ ਉਦਮ ਕੀਤਾ ਹੈਗਾ, ਸੱਚਮੁੱਚ ਹੀ ਬਹੁਤ ਵਧੀਆ ਸੀ ਤੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਵਿੱਚ ਉਹਨਾਂ ਦੇ ਕੰਮ ਵੀ ਬਹੁਤ ਆਊਗਾ ਤੇ ਸਾਹਿਤ ਨਾਲ ਜੁੜਨਗੇ। ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਤੇ ਆਲੋਚਨਾਤਮਕ ਪਰਿਪੇਖ ਕਰਵਾਉਣ ਦੇ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਤੋਂ ਵਿਦਿਆਰਥੀ ਵੀ ਕਾਫੀ ਪ੍ਰਭਾਵਿਤ ਹੋਏ, ਜਿਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਸਮਾਗਮ ਹੋਰ ਵੀ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਉਹਨਾਂ ਨੂੰ ਸਾਹਿਤ ਬਾਰੇ ਹੋਰ ਵੀ ਜਾਣਕਾਰੀ ਹਾਸਲ ਹੋਵੇ। ਸਰ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਨੂੰ ਪਤਾ ਲੱਗਿਆ ਕਿ ਵੀ ਕਹਾਣੀਆਂ ਵੀ ਮਤਲਬ ਕਿਵੇਂ ਲਿਖੀਆਂ ਜਾਂਦੀਆਂ ਹੈਗੀਆਂ ਤੇ ਉਹਨਾਂ ਦੀ ਆਲੋਚਨਾ ਕਿਵੇਂ ਕੀਤੀ ਜਾਂਦੀ ਹੈ। ਸਾਨੂੰ ਬਹੁਤ ਹੀ ਕੁਝ ਡੂੰਘਾਈ ਦੇ ਵਿੱਚੋਂ ਜਿਹੜਾ ਸਾਨੂੰ ਸਿੱਖਣ ਨੂੰ ਮਿਲਿਆ ਹੈਗਾ ਤੇ ਸਾਨੂੰ ਬਹੁਤ ਹੀ ਚੰਗਾ ਲੱਗ ਰਿਹਾ। ਇੱਥੇ ਆ ਕੇ ਵੀ ਵਧੀਆ ਲੱਗਿਆ, ਵੀ ਮੈਨੂੰ ਪਤਾ ਲੱਗਿਆ ਵੀ ਜਿਹੜੇ ਆਲੋਚਨਾ ਕਰਦੇ ਵੀ ਉਹ ਕਿੱਦਾਂ ਕਹਾਣੀ 'ਚ ਤੱਤ ਕੱਢਦੇ, ਕਿੱਦਾਂ ਉਹਨਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ, ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੋਂ। ਤੇ ਇੱਥੇ ਮੈਮ ਸਰ ਲੈਕਚਰ ਲਗਾ ਕੇ ਬਹੁਤ ਵਧੀਆ ਲੱਗਿਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਅੱਜ ਇਸ ਇੱਦਾਂ ਲੈਕਚਰ ਕਾਲਜ 'ਚ ਪਹਿਲੀ ਵਾਰ ਲੱਗਿਆ ਤੇ ਮੈਂ ਚਾਹੁੰਦੀ ਕਿ ਇਹ ਲੈਕਚਰ ਲੱਗਦਾ ਹੀ ਰਹੇ ਕਿ ਸਾਡੀ ਨੌਲੇਜ ਵੀ ਵੱਧਦੀ ਰਹੇ। ਇੱਥੇ ਆ ਕੇ ਮੈਨੂੰ ਪੰਜਾਬੀ ਦੇ ਬਾਰੇ, ਕਹਾਣੀਆਂ ਦੇ ਬਾਰੇ, ਜਿੱਦਾਂ ਕਹਾਣੀਆਂ ਲਿਖੀ ਦੀਆਂ ਉਹਦੇ ਵਿੱਚ ਆਲੋਚਕ ਕਿੱਦਾਂ ਆਪਣੀ ਆਲੋਚਨਾ ਕਰਦੇ ਆ, ਉਹਦੇ ਬਾਰੇ ਆ ਕੇ ਪਤਾ ਚੱਲਿਆ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। RTA ਬਠਿੰਡਾ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਪੰਜਾਬ ਦੇ ਪਰਸੋਨਲ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਵੇਖਦੇ ਹਾਂ ਇੱਕ ਰਿਪੋਰਟ। RTA ਅਧਿਕਾਰੀ ਬਠਿੰਡਾ ਨੂੰ ਪੰਜਾਬ ਦੇ ਪਰਸੋਨਲ ਵਿਭਾਗ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਅਤੇ ਇਹ ਸਸਪੈਂਸ਼ਨ ਰਾਜਪਾਲ ਦੇ ਹੁਕਮਾਂ ਨਾਲ ਹੋਈ ਦੱਸੀ ਜਾ ਰਹੀ ਹੈ, ਜਿਸ ਸੰਬੰਧੀ ਚਿੱਠੀ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ 'ਚ ਲਿਖਿਆ ਗਿਆ ਕਿ ਸਸਪੈਂਸ਼ਨ ਦੌਰਾਨ ਬਲਵਿੰਦਰ ਸਿੰਘ ਨੂੰ ਚੰਡੀਗੜ੍ਹ ਹੈੱਡਕੁਆਟਰ ਵਿੱਚ ਹੀ ਰਹਿਣਾ ਹੋਵੇਗਾ ਅਤੇ ਇਜਾਜ਼ਤ ਤੋਂ ਬਿਨਾਂ ਉਹ ਹੈੱਡਕੁਆਟਰ ਨਹੀਂ ਛੱਡ ਸਕਣਗੇ। ਦੱਸ ਦਈਏ ਕਿ ਬਠਿੰਡਾ 'ਚ ਕੁਝ ਦਿਨ ਪਹਿਲਾਂ ਬੱਸਾਂ ਦੇ ਪਰਮਿਟ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ, ਜਿਸ ਵਿੱਚ RTA ਬਲਵਿੰਦਰ ਸਿੰਘ ਤੇ ਕਈ ਇਲਜ਼ਾਮ ਵੀ ਲੱਗੇ ਸਨ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਠਿੰਡਾ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਹਨਾਂ ਨੇ ਟਰਾਂਸਪੋਰਟ ਪ੍ਰਧਾਨ ਸੈਕਟਰੀ ਤੋਂ ਰਿਪੋਰਟ ਮੰਗੀ ਸੀ। RTA ਬਠਿੰਡਾ ਬਲਵਿੰਦਰ ਸਿੰਘ ਦੀ ਸਸਪੈਂਸ਼ਨ ਨੂੰ ਉਸੇ ਕਾਰਵਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਪਰ ਫਿਲਹਾਲ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ ਦੀ ਵਿਭਾਗ ਜਾਂ ਫਿਰ ਸੀਨੀਅਰ ਅਧਿਕਾਰੀਆਂ ਵੱਲੋਂ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬਠਿੰਡਾ ਖਬਰਨਾਮਾ 'ਚ ਇਸ ਦੇ ਨਾਲ ਹੀ ਵੇਲਾ ਹੋ ਚੁੱਕਾ ਹੈ ਬ੍ਰੇਕ ਦਾ। ਬ੍ਰੇਕ ਤੋਂ ਪਾਰ ਵਿਖਾਵਾਂਗੇ ਬੁਲੇਟਿਨ ਦੀਆਂ ਬਾਕੀ ਖਬਰਾਂ। ਬ੍ਰੇਕ ਤੋਂ ਪਾਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਰੁਖ ਕਰਦੇ ਹਾਂ ਬੁਲੇਟਿਨ ਦੀਆਂ ਬਾਕੀ ਖਬਰਾਂ ਦਾ। ਖਬਰ ਫਰੀਦਕੋਟ ਤੋਂ ਹੈ, ਜਿੱਥੇ ਮਾਡਰਨ ਜੇਲ੍ਹ ਤੋਂ ਇੱਕ ਵਾਰ ਫਿਰ 6 ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ। ਫਰੀਦਕੋਟ 'ਚ ਕੈਦੀ ਵੱਲੋਂ ਜੇਲ੍ਹ ਅੰਦਰੋਂ ਵਾਇਰਲ ਕੀਤੀ ਵੀਡੀਓ ਮਾਮਲੇ ਨੂੰ ਲੈ ਕੇ ਅਜੇ ਇੱਕ ਦਿਨ ਪਹਿਲਾਂ ਹੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਬਾਵਜੂਦ ਵੀ ਜੇਲ੍ਹ ਦੇ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ। ਜੀ ਹਾਂ, ਇੱਥੋਂ ਤਲਾਸ਼ੀ ਦੌਰਾਨ ਫਿਰ ਤੋਂ ਕੈਦੀਆਂ ਕੋਲੋਂ 6 ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ 5 ਹਵਾਲਾਤੀਆਂ ਤੇ ਇੱਕ ਅਣਪਛਾਤੇ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਦੱਸ ਦਈਏ ਕਿ ਇਹ ਮੋਬਾਈਲ ਫੋਨ ਜੇਲ੍ਹ ਦੀਆਂ ਬੈਰਕਾਂ ਵਿੱਚੋਂ ਮਿਲੇ ਹਨ, ਜਦਕਿ ਇੱਕ ਮੋਬਾਈਲ ਫੋਨ ਲਵਾਰਿਸ ਹਾਲਤ ਵਿੱਚ ਮਿਲਿਆ। ਇਹ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਚ ਕੀਤੀ ਗਈ ਸੀਗੀ ਜੇਲ੍ਹ ਦੀ ਕੱਲ, ਤੇ ਉਹਦੇ ਦੌਰਾਨ ਉਹਨਾਂ ਨੂੰ 7 ਮੋਬਾਈਲ ਫੋਨ ਬਰਾਮਦ ਹੋਏ ਆ, ਤੇ ਜਿਹਦੇ ਤਹਿਤ ਉਹਨਾਂ ਕੋਲੋਂ ਸਾਨੂੰ ਇੰਟੀਮੇਸ਼ਨ ਭੇਜੀ ਗਈ ਤੇ ਅਸੀਂ FIR ਦਰਜ ਕੀਤੀ ਹੈ। 5 ਜਣਿਆਂ ਦੇ ਖਿਲਾਫ ਬਾਈ ਨੇਮ ਹੈਗੀ ਆ, ਬਾਕੀ ਅਨਨੋਨ ਨੇ। ਨਹੀਂ, ਇਹ ਸਖਤੀ ਕੀਤੀ ਗਈ ਹੈ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਕੀਤੀ ਗਈ ਹੈ, ਜਿਸ ਦੇ ਕਰਕੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ। ਅਸੀਂ FIR ਦਰਜ ਕਰ ਲਈ ਹੈ, ਇਹਨਾਂ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਇਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਵਾਂਗੇ ਤੇ ਬਾਕੀ ਵੈਪਨ ਸੋਰਸ ਵਗੈਰਾ ਪਤਾ ਲੱਗੂਗਾ ਵੀ ਇਹ ਕਿੱਥੋਂ ਲੈ ਕੇ ਆਏ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਰੀਦਕੋਟ ਦੀ ਜੇਲ੍ਹ ਵਿੱਚ ਕੈਦੀ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਅਸਲਾ ਐਕਟ ਅਧੀਨ ਜੇਲ੍ਹ 'ਚ ਬੰਦ ਕੈਦੀ ਕਰਨ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦਾ ਮੋਬਾਈਲ ਜ਼ਬਤ ਕੀਤਾ ਗਿਆ ਸੀ। ਤੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ DIG ਜੇਲ੍ਹਾਂ ਵੱਲੋਂ ਡਿਊਟੀ 'ਚ ਕੋਤਾਹੀ ਵਰਤਣ ਦੇ ਕਾਰਨ ਜੇਲ੍ਹ ਸੁਪਰਡੈਂਟ ਜੋਗਿੰਦਰਪਾਲ ਨੂੰ ਸਸਪੈਂਡ ਕਰ ਦਿੱਤਾ ਗਿਆ। ਫਰੀਦਕੋਟ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਖਬਰ ਬਰਨਾਲਾ ਤੋਂ ਹੈ, ਜਿੱਥੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਇਆ। ਵੇਖਦੇ ਹਾਂ ਪੂਰੀ ਖਬਰ। ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਬਰਨਾਲਾ 'ਚ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ, ਜਿਸ ਦੇ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਕੇ ਮੰਗ ਪੱਤਰ DC ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਗਿਆ। ਇੱਥੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਮਜ਼ਦੂਰ ਵਰਗ ਦਾ ਜਿਉਣਾ ਦੁੱਭਰ ਕੀਤਾ ਹੋਇਆ, ਉੱਥੇ ਹੀ ਪਿੰਡਾਂ 'ਚ ਧਨਾੜ ਲੋਕਾਂ ਵੱਲੋਂ ਮਜ਼ਦੂਰਾਂ ਦੀ ਮਿਹਨਤ ਦਾ ਮੁੱਲ ਪੂਰਾ ਨਹੀਂ ਦਿੱਤਾ ਜਾਂਦਾ ਤੇ ਜੇਕਰ ਮਜ਼ਦੂਰ ਆਪਣੇ ਹੱਕਾਂ ਲਈ ਆਵਾਜ਼ ਚੱਕਦੇ ਹਨ ਤਾਂ ਉਹਨਾਂ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਇਲਾਵਾ ਉਹਨਾਂ ਦੀਆਂ ਹੋਰਨਾਂ ਹੱਕੀ ਮੰਗਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਲਈ ਉਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਫੌਰੀ ਧਿਆਨ ਦੇਵੇ ਤੇ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਦੀ ਜਲਦ ਸੁਣਵਾਈ ਨਹੀਂ ਕਰਦੀ ਤਾਂ ਉਹ ਸੰਘਰਸ਼ ਵਿੱਢਣਗੇ। ਅੱਜ ਅਸੀਂ DC ਦਫ਼ਤਰ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ। ਦੇਖੋ, ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਜਾਂ ਕਿਸਾਨ ਭਰਾਵਾਂ ਨੇ ਰੇਟ ਤੈਅ ਕਰ ਦਿੱਤੇ ਨੇ ਕਿ ਵੀ ਇੰਨੇ ਦੇ ਵਿੱਚ ਝੋਨਾ ਲਵਾਉਣਾ, ਜਿਹੜਾ ਕੋਈ ਇਸ ਤੋਂ ਵੱਧ ਲਵਾਉਂਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ, ਜੋ ਕਿ ਬਿਲਕੁਲ ਗਲਤ ਹੈ। ਅਸੀਂ ਚਾਹੁੰਦੇ ਹਾਂ ਕਿ ਮਜ਼ਦੂਰਾਂ ਨੂੰ 6000 ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਦੀ ਲਵਾਈ ਦਿੱਤੀ ਜਾਵੇ। ਘੱਟੋ ਘੱਟ ਦਿਹਾੜੀ ਹੈ ਜਿਹੜੀ 700 ਕੀਤੀ ਜਾਵੇ। ਮਨਰੇਗਾ ਦੀ ਕੋਆਰਡੀਨੇਟਰ ਹੋਣ ਦੇ ਨਾਤੇ ਮੈਂ ਮਨਰੇਗਾ ਦੀ ਗੱਲ ਜ਼ਰੂਰ ਕਰੂੰਗੀ। ਪਿੰਡਾਂ ਦੇ ਵਿੱਚ ਚੱਲਣ ਵਾਲਾ ਕੰਮ ਮਨਰੇਗਾ ਦਾ ਲਗਭਗ ਠੱਪ ਵਾਂਗੂ ਹੀ ਆ। ਪਿੰਡਾਂ ਦੇ 5 ਸਰਪੰਚ ਆਪਣੇ ਚਹੇਤਿਆਂ ਨੂੰ ਕੰਮ ਦਿੰਦੇ ਨੇ। ਕਾਨੂੰਨ ਦੇ ਅਨੁਸਾਰ ਸਾਲ ਦੇ ਵਿੱਚ 100 ਦਿਨ ਦਾ ਰੁਜ਼ਗਾਰ ਮਿਲਦਾ, ਬਹੁਤ ਘੱਟ ਪਿੰਡ ਨੇ 15-20 ਦਿਨ ਕੰਮ ਮਿਲਦਾ। ਜਦੋਂ ਦੀ ਆਮ ਆਦਮੀ ਸਰਕਾਰ ਬਣੀ ਆ, ਇਹਨਾਂ ਨੇ ਮਜ਼ਦੂਰਾਂ ਪ੍ਰਤੀ ਕੋਈ ਵੀ ਗੱਲ ਨਹੀਂ ਕੀਤੀ। ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਤੇ ਇਧਰ ਸੰਗਤ ਮੰਡੀ 'ਚ ਨਰਮੇ ਦੀ ਖਰਾਬ ਹੋਈ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਸੰਗਤ ਮੰਡੀ ਦੀ ਸਬ ਤਹਿਸੀਲ ਅੰਦਰ ਖਰਾਬ ਹੋਏ ਨਰਮੇ ਦੀ ਫਸਲ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਪਟਵਾਰਖਾਨੇ 'ਚ ਚੱਕਰ ਲਗਾ ਕੇ ਖੱਜਲ ਖੁਆਰ ਹੋ ਰਹੇ ਹਨ। ਸੰਗਤ ਕਲਾਂ ਦੇ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਸੰਗਤ ਮੰਡੀ ਦੇ ਪਟਵਾਰਖਾਨੇ ਵਿੱਚ ਚੱਕਰ ਮਾਰ ਰਹੇ ਹਨ, ਪਰ ਪਟਵਾਰੀ ਆਪਣੇ ਦਫ਼ਤਰ 'ਚ ਨਹੀਂ ਮਿਲਦੇ। ਕਿਸਾਨਾਂ ਨੇ ਪਟਵਾਰੀਆਂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨਰਮੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਪਟਵਾਰੀਆਂ ਵੱਲੋਂ ਆਪਣੇ ਚਹੇਤਿਆਂ ਨੂੰ ਵੰਡਿਆ ਗਿਆ, ਜਦਕਿ ਅਸਲ ਮੁਆਵਜ਼ੇ ਦੇ ਹੱਕਦਾਰ ਵਾਂਝੇ ਰਹਿ ਗਏ। ਜੀ ਬੇਨਤੀ ਕਰਨਾ, ਇਹ ਪਟਵਾਰੀ ਸਾਹਿਬ ਸਾਡੇ ਨਰਮੇ ਦੇ ਕਿਉਂ ਨਹੀਂ ਮੁਆਵਜ਼ਾ ਪਾਉਂਦਾ? ਉਹਦਾ ਚੌਲਾਂ ਨੇ ਤਾਂ ਪਾਤਾ, ਨਰਮੇ ਦਾ ਮੁਆਵਜ਼ਾ ਤੇ ਚੌਲਾਂ ਨੇ ਪਾਤਾ। 7000 ਇਹਨੇ ਲੈ 10,000 ਦਿੱਤਾ ਚੌਲਾਂ ਨੇ ਉਹਨੂੰ, ਕਿਉਂ ਨਹੀਂ ਪਾਉਂਦਾ? ਬਈ ਇਹ ਸਾਡੀ ਪਕਾਈ ਕਰਾਉਂਦਾ ਫਿਰਦਾ ਹੈ। ਅੱਜ ਹੈ ਨਹੀਂ ਜੀ, ਕੋਈ ਵੀ ਨਹੀਂ, ਉਹਨਾਂ ਮੁੰਸ਼ੀ ਵੀ ਨਹੀਂ ਆਇਆ ਨਾ। ਆ ਮੁੰਸ਼ੀ ਰੱਖੇ 3 ਸੀ ਜੀ, ਹੁਣ ਇੱਕ ਆਉਣ ਲੱਗ ਗਿਆ। ਪਰਸੋਂ ਚੌਥੇ ਦਾ ਸੀਗਾ ਇੱਕ ਮੁੰਸ਼ੀ, ਹੁਣ ਆਈ ਨਹੀਂ। ਮੰਗ ਕਰਦੇ ਨਰਮੇ ਹੀ ਕਰਦੇ ਵੀ ਸਾਡੇ 2 ਵੀ ਕਹਿੰਦੇ ਤਾਂ ਪੈਸੇ ਪਾਉਂਦੇ ਨਹੀਂ, ਤੇ ਝੋਨੇ ਵਾਲਿਆਂ ਨੂੰ ਮਤਲਬ ਡਕਾਈ ਜਾਂਦੇ ਨੇ। ਇਹ ਕਿਉਂ 7000 ਮਿਲਦਾ ਹੈ ਇਹਨੂੰ ਪਟਵਾਰੀ ਨੂੰ? ਅਸੀਂ ਜੀ ਬਹੁਤ ਦੇਰ ਤੋਂ ਇੱਥੇ ਜੋ ਨਰਮੇ ਦਾ ਮੁਆਵਜ਼ੇ ਵਾਸਤੇ ਸਰਕਾਰ ਨੇ ਅਨਾਉਂਸ ਕੀਤਾ ਸੀ, ਉਹ ਪਟਵਾਰੀ ਸਾਹਿਬ ਸਾਨੂੰ ਨਿਆਂ ਨਹੀਂ ਦਿੰਦੇ। ਇੱਥੇ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਕਿਸੇ ਨੂੰ ਦਿੱਤਾ। ਜੇ ਕੋਈ ਲੈ ਗਿਆ ਤਾਂ ਉਹ ਆਪਦੀ ਸਪੋਰਟ ਵਾਲਾ ਕੋਈ ਲੀਡਰ ਬੰਦਾ ਲੈ ਗਿਆ। ਥੋੜੀ ਜ਼ਮੀਨ ਵਾਲੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਨੇ ਅਜੇ ਤੱਕ। ਇੱਥੇ ਅਸੀਂ ਦਰ ਧੱਕੇ ਖਾਂਦੇ ਤੁਰੇ ਫਿਰਦੇ। ਸਾਨੂੰ ਟਾਈਮ ਦੇ ਦਿੰਦੇ ਆ ਤੇ ਮੁੜ ਕੇ ਆਪ ਆਉਂਦੇ ਨਹੀਂ। ਅੱਜ ਵੀ ਕੁਰਸੀਆਂ ਖਾਲੀ ਪਈਆਂ, ਜਦੋਂ ਆਉਂਦੇ ਆ ਉਦੋਂ ਕੁਰਸੀਆਂ ਖਾਲੀ ਮਿਲਦੀਆਂ ਨਾ। ਮੰਗ ਅਸੀਂ ਇਹ ਕਰਦੇ ਹਾਂ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਸਾਨੂੰ ਉਮੀਦ ਸੀ ਇਹ ਮਾਨ ਸਰਕਾਰ ਤੋਂ ਵੀ ਇਹ ਚੰਗੀ ਸਰਕਾਰ ਆਈ ਹੈ
ਤੇ ਇਹ ਸਾਡਾ ਕੋਈ ਬਾਂਹ ਫੜਨਗੇ ਤੇ ਇਹਨਾਂ ਨੇ ਵੀ ਕੋਈ ਇੱਥੇ ਬਾਂਹ ਨਹੀਂ ਫੜੀ। ਇਹਨਾਂ ਪਟਵਾਰੀਆਂ ਤੇ ਸਕੰਜਾ ਕੱਸਣਾ ਚਾਹੀਦਾ ਹੈ ਤੇ ਤਾਂ ਕਿ ਇਹ ਸਾਰਿਆਂ ਨੂੰ ਮੁਆਵਜ਼ਾ ਦੇ ਸਕਣ। ਇਸ ਸਾਨੂੰ ਮਹੀਨਾ ਹੋ ਗਿਆ ਵੇਖਦਿਆਂ ਨੂੰ, ਪਟਵਾਰਖਾਨੇ ਸਾਰੇ ਖਾਲੀ ਪਏ ਆ, ਪ੍ਰਾਈਵੇਟ ਮੁੰਡੇ ਰੱਖ ਰੱਖੇ, ਉਹ ਸਮੇਂ ਸਿਰ ਟਾਈਮ ਤੇ ਨਹੀਂ ਆਉਂਦੇ, ਨਾ ਪਟਵਾਰੀ ਆਉਂਦੇ ਆ। ਸਾਨੂੰ ਮਹੀਨਾ ਹੋ ਗਿਆ ਇੱਥੇ ਆਉਂਦਿਆਂ ਨੂੰ, ਵੇਖਦਿਆਂ ਨੂੰ, ਸਾਰੇ ਪਟਵਾਰਖਾਨੇ ਖਾਲੀ ਪਿਆ। ਵੇਖ ਲਓ ਜੀ, ਆਹ ਵੇਖ ਲਓ ਚਾਰੇ ਪਾਸੇ। ਮੰਗ ਅਸੀਂ ਕਰਦੇ ਹਾਂ ਜੀ ਸਾਨੂੰ ਸੂਚੀ ਦਿੱਤੀ ਜਾਵੇ, ਠੀਕ ਹੈ, ਕਿੰਨੇ ਦੇ ਰੁਪਏ ਪਏ ਆ ਤੇ ਸਾਡੇ ਕਿਹੜੇ ਕਿੱਲੇ ਉਹਨਾਂ ਦੇ ਰੁਪਏ ਨਹੀਂ ਪਾਉਂਦੇ। ਜਿਹੜੇ ਤੁਹਾਡੇ ਨਾਲ 5 ਕਿੱਲੇ ਝੋਨਾ ਹੈਗਾ ਅਸੀਂ ਰੁਪਏ ਪਾ ਦਿੰਦੇ, 2.5 ਕਿੱਲੇ ਸਾਡੇ 2.5 ਸਾਨੂੰ ਦੇ ਦਿਓ, ਐਂ ਕਹਿੰਦੇ ਅੱਗੋਂ ਮੰਗ ਕਰਦੇ ਆ। ਤੇ ਜਦੋਂ ਇਸ ਸੰਬੰਧੀ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੰਗਤ ਮੰਡੀ ਦੀ ਤਹਿਸੀਲ ਅੰਦਰ ਸਰਕਾਰ ਵੱਲੋਂ 47 ਕਰੋੜ ਰੁਪਏ ਮੁਆਵਜ਼ਾ ਕਿਸਾਨਾਂ ਨੂੰ ਭੇਜਿਆ ਗਿਆ ਸੀ, ਜਿਸ ਵਿੱਚੋਂ 1.5 ਕਰੋੜ ਰੁਪਏ ਦੀ ਰਾਸ਼ੀ ਵੰਡਣ ਵਾਲੀ ਬਾਕੀ ਹੈ। ਉਹਨਾਂ ਨਾਲ ਹੀ ਕਿਹਾ ਕਿ ਤਹਿਸੀਲ ਵਿੱਚ 11 ਪਟਵਾਰੀਆਂ ਦੀਆਂ ਪੋਸਟਾਂ ਹਨ, ਜਿਨ੍ਹਾਂ ਵਿੱਚੋਂ ਸਿਰਫ 4 ਪਟਵਾਰੀਆਂ ਦੀਆਂ ਪੋਸਟਾਂ ਭਰੀਆਂ ਹਨ, ਜਦਕਿ 7 ਪੋਸਟਾਂ ਖਾਲੀ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤ ਸਬ ਤਹਿਸੀਲ ਦੇ ਵਿੱਚ ਲਗਭਗ 47 ਕਰੋੜ ਰੁਪਏ ਦਾ ਨਰਮੇ ਦਾ ਖਰਾਬੇ ਦੀ ਮੁਆਵਜ਼ਾ ਰਾਸ਼ੀ ਆਈ ਸੀ ਸਰਕਾਰ ਵੱਲੋਂ। ਇਹਦੇ ਵਿੱਚੋਂ ਲਗਭਗ 45.5 ਕਰੋੜ ਰੁਪਇਆ ਇਸ ਟਾਈਮ ਵੰਡਿਆ ਜਾ ਚੁੱਕਾ ਹੈ। 1.5 ਕਰੋੜ ਰੁਪਇਆ ਬਾਕੀ ਰਹਿੰਦਾ ਹੈ, ਜਿਹਦਾ ਪ੍ਰੋਸੈਸ ਚੱਲ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੇ ਰਹਿੰਦੇ ਹੋ ਜਲਦੀ ਥੋੜੇ ਦਿਨਾਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾਣਗੇ। ਪਟਵਾਰੀ ਸਾਡੇ ਸਬ ਤਹਿਸੀਲ ਸੰਗਤ ਦੇ ਵਿੱਚ 11 ਪੋਸਟਾਂ ਪਟਵਾਰ ਸਰਕਲਾਂ ਦੀਆਂ ਹੈਗੀਆਂ, ਪਟਵਾਰੀਆਂ ਦੀਆਂ। ਉਹਦੇ ਵਿੱਚੋਂ ਸਿਰਫ 4 ਪਟਵਾਰੀ ਜਿਹੜੇ ਪੱਕੇ ਸਰਕਲਾਂ ਤੇ ਲੱਗੇ ਹੋਏ ਆ। 7 ਪਟਵਾਰ ਸਰਕਲ ਸੰਗਤ ਦੇ ਵਿੱਚ ਇਸ ਟਾਈਮ ਖਾਲੀ ਹੈ। ਜਿਹੜੀ ਪਟਵਾਰੀਆਂ ਦੀ ਸਮੱਸਿਆ ਹੈ ਪੂਰੇ ਪੰਜਾਬ ਦੇ ਵਿੱਚ ਹੀ ਹੈ, ਬਲਕਿ ਬਾਕੀ ਜ਼ਿਲ੍ਹਿਆਂ ਨਾਲੋਂ ਆਪਣੇ ਜ਼ਿਲ੍ਹੇ ਵਿੱਚ ਸਗੋਂ ਕੁਛ ਘੱਟ ਹੈ ਸਮੱਸਿਆ। ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ 90 80% ਪੋਸਟਾਂ ਖਾਲੀ ਹੈ। ਆਪਣੇ ਜਿਹੜੇ ਇਸ ਟਾਈਮ ਪੰਜਾਬ ਸਰਕਾਰ ਨੇ 1766 ਰਿਟਾਇਰ ਪਟਵਾਰੀਆਂ ਨੂੰ ਦੁਬਾਰਾ 1 ਸਾਲ ਵਾਸਤੇ ਠੇਕੇ ਤੇ ਭਰਤੀ ਕਰਨਾ ਹੈ, ਉਹ ਪ੍ਰੋਸੈਸ ਚੱਲ ਰਿਹਾ ਹੈ। ਜਲਦੀ ਉਹ ਥੋੜੇ ਦਿਨਾਂ ਦੇ ਵਿੱਚ ਜਿੰਨੀਆਂ ਪੋਸਟਾਂ ਆਪਣੇ ਜ਼ਿਲ੍ਹੇ ਬਠਿੰਡੇ ਨੂੰ ਮਿਲੀਆਂ ਉਹ ਮੇਰੇ ਖਿਆਲ ਛੇਤੀ ਪੁਰ ਹੋ ਜਾਣਗੀਆਂ। ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ। ਖਬਰਨਾਮਾ। ਕਿਸਾਨ ਖੁਦਕੁਸ਼ੀਆਂ ਦਾ ਮੰਦਭਾਗਾ ਸਿਲਸਿਲਾ ਰੋਕਿਆ ਨਹੀਂ ਰੁਕ ਰਿਹਾ। ਇਸੇ ਤਰ੍ਹਾਂ ਦੀ ਖਬਰ ਰਾਮਪੁਰਾ ਫੂਲ ਤੋਂ। ਕਿਸਾਨ ਖੁਦਕੁਸ਼ੀਆਂ ਦਾ ਮੰਦਭਾਗਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਰਾਮਪੁਰਾ ਨੇੜਲੇ ਪਿੰਡ ਜੈਦ ਦੀ ਹੈ, ਜਿੱਥੇ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਹੋਏ ਇੱਕ ਕਿਸਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਬਲਵਿੰਦਰ ਸਿੰਘ ਦੇ ਕਾਫੀ ਕਰਜ਼ ਸੀ, ਜਿਸ ਦੇ ਕਾਰਨ ਉਹ ਅਕਸਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਬੱਸ ਅੱਡੇ ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਰਾਮਪੁਰਾ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਬਿਊਰੋ ਰਿਪੋਰਟ ਫਾਸਟ ਵੀ ਨਿਊਜ਼ ਬਠਿੰਡਾ। ਖਬਰਨਾਮਾ। ਬਰਨਾਲਾ 'ਚ ਸੜਕੀ ਹਾਦਸੇ 'ਚ ਜਾਨ ਗਵਾਉਣ ਵਾਲੀ ਸਰਕਾਰੀ ਹਸਪਤਾਲ ਦੀ ਸਫਾਈ ਸੇਵਕਾ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਹਸਪਤਾਲ ਵਿੱਚ ਧਰਨਾ ਲਗਾਇਆ। ਵੇਖਦੇ ਹਾਂ ਇੱਕ ਰਿਪੋਰਟ। ਬੀਤੇ ਕੱਲ ਬਰਨਾਲਾ ਵਿਖੇ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਦੀ ਚਪੇਟ 'ਚ ਆ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ ਔਰਤ ਦੀ ਦਰਦਨਾਕ ਮੌਤ ਹੋ ਗਈ, ਜਿਸ ਦੀ ਪਹਿਚਾਣ ਰਜਨੀ ਕੌਰ ਵਜੋਂ ਹੋਈ ਹੈ, ਜੋ ਕਿ ਸਰਕਾਰੀ ਹਸਪਤਾਲ ਬਰਨਾਲਾ 'ਚ ਬਤੌਰ ਸਫਾਈ ਸੇਵਕਾ ਕੰਮ ਕਰਦੀ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਜਨੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਹਸਪਤਾਲ ਵਿੱਚ ਦੁਪਹਿਰ ਸਮੇਂ ਦੀ ਹਾਜ਼ਰੀ ਲਗਾਉਣ ਜਾ ਰਹੀ ਸੀ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਰਜਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐਲਾਨੇ ਹੋਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹਸਪਤਾਲ ਵਿੱਚ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ, ਜਿੱਥੇ ਉਹਨਾਂ ਮੰਗ ਕੀਤੀ ਕਿ ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕੱਲ ਦੁਪਹਿਰੇ ਡਿਊਟੀ ਤੇ ਜਾ ਰਹੀ ਸੀਗੀ, 3 ਵਾਲੀ ਹਾਜ਼ਰੀਆਂ ਦੇ ਉੱਤੇ ਹਾਜ਼ਰੀ ਤੇ ਜਾਂਦੇ ਹੋਏ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ। ਬਹੁਤ ਤੇਜ਼ੀ ਨਾਲ ਟਰੈਕਟਰ ਟਰਾਲੀ ਆ ਰਿਹਾ ਸੀਗਾ, ਮਿੱਟੀ ਦੀ ਭਰੀ ਹੋਈ ਸੀ, ਰੇਤੇ ਦੀ, ਤੇ ਉਹਦੇ ਨਾਲ ਲਿਆ ਕੇ ਉਹਨੇ ਮਗਰ ਦੀ ਟਰਾਲੀ ਦੇ ਵਿੱਚ ਮਾਰਿਆ, ਮੋਟਰਸਾਈਕਲ ਦੇ ਵਿੱਚ ਬਸ ਕੁਚਲ ਕੇ ਜਾਂਦਾ ਰਿਹਾ। ਬੜਾ ਕੋਸ਼ਿਸ਼ ਕੀਤੀ ਉਹਨੂੰ ਖੜਾਉਣ ਦੀ, ਰੋਕਣ ਦੀ, ਭੱਜ ਗਿਆ ਉਹ। ਮੰਗ ਆਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਕਾਤਲਾਂ ਨੂੰ ਸਖਤ ਤੋਂ ਸਖਤ ਤੇ ਮੁੰਡੇ ਨੂੰ ਨੌਕਰੀ। ਇਹ ਧਰਨਾ ਸਾਡਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਇਨਸਾਫ ਨਾ ਮਿਲੇ। ਸੰਸਕਾਰ ਵੀ ਉਦੋਂ ਕਰਾਂਗੇ ਜਦੋਂ ਤੱਕ ਸਾਨੂੰ ਮੰਗਾਂ ਨਾ ਸਾਡੀਆਂ ਪੂਰੀਆਂ ਹੋਣ, ਸਾਨੂੰ ਕੋਈ ਇਨਸਾਫ ਨਾ ਮਿਲੇ। ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ। ਖਬਰਨਾਮਾ। ਡੀਸੀਯੂ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ। ਵੇਖਦੇ ਹਾਂ ਇੱਕ ਰਿਪੋਰਟ।
ਡਿਸਟ੍ਰਿਕਟ ਕੋਆਪਰੇਟਿਵ ਯੂਨੀਅਨ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਵੱਲੋਂ ਹੰਗਾਮਾ ਕਰਦਿਆਂ ਡੀਸੀਯੂ ਦਫ਼ਤਰ ਬਠਿੰਡਾ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇੱਥੇ ਆਗੂਆਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਡੀਸੀਯੂ ਦੀਆਂ ਚੋਣਾਂ ਹੋ ਰਹੀਆਂ ਹਨ ਜਦਕਿ ਸਹਿਕਾਰੀ ਸਭਾਵਾਂ ਡੀਸੀਯੂ ਦੀਆਂ ਮੈਂਬਰ ਹਨ, ਪਰ ਉਹਨਾਂ ਮੈਂਬਰਾਂ ਨੂੰ ਹੀ ਇਹਨਾਂ ਚੋਣਾਂ ਬਾਰੇ ਨਾ ਦੱਸ ਕੇ ਡੀਸੀਯੂ ਅਤੇ ਸਹਿਕਾਰਤਾ ਵਿਭਾਗ ਦੀ ਮਿਲੀ ਭੁਗਤ ਨਾਲ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਲਈ ਉਹਨਾਂ ਦੀ ਮੰਗ ਹੈ ਕਿ ਇਹ ਚੋਣਾਂ ਰੱਦ ਕਰਕੇ ਪਾਰਦਰਸ਼ੀ ਢੰਗ ਨਾਲ ਦੁਬਾਰਾ ਚੋਣਾਂ ਕਰਵਾਈਆਂ ਜਾਣ। ਇਹ ਡੀਸੀਯੂ ਜਿਹੜੀ ਕੋਆਪਰੇਟਿਵ ਯੂਨੀਅਨ ਹੈ, ਇਹਦੇ ਵਿੱਚ ਚੋਣਾਂ ਹੋ ਰਹੀਆਂ ਨੇ। ਚੋਣਾਂ ਦਾ ਜਿਹੜਾ ਕਿ ਅਸਲ ਸਿਸਟਮ ਹੁੰਦਾ ਹੈ ਉਹ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਦੀਆਂ ਵੋਟਾਂ ਪੈਂਦੀਆਂ ਨੇ, ਉਹਨਾਂ ਨੇ ਇੱਥੇ ਖੜਾ ਹੋਣਾ ਹੁੰਦਾ ਚੋਣ ਲੜਨ ਵਾਸਤੇ। ਪਰ ਡੀਸੀਯੂ ਤੇ ਸਹਿਕਾਰਤਾ ਵਿਭਾਗ ਵੱਲੋਂ ਰਲ ਕੇ ਇਹ ਜਿਹੜੀ ਚੋਣ ਹੈ ਚੁੱਪ ਚਪੀਤੇ ਕਰਾਈ ਜਾ ਰਹੀ ਸੀ। ਇੱਥੇ ਸਰਕਾਰਾਂ ਬਦਲ ਗਈਆਂ ਪਰ ਜਿਹੜਾ ਅਫਸਰਾਂ ਦਾ ਤੇ ਸਾਰਾ ਰਵੱਈਆ ਹੈ ਉਸੇ ਤਰ੍ਹਾਂ ਚੱਲ ਰਿਹਾ ਹੈ। ਇਹ 'ਚ ਕੋਈ ਨਹੀਂ ਕਿ ਸਰਕਾਰ ਬਦਲ ਗਈ ਕੰਮ ਬਦਲ ਗਏ। ਹਾਂ, ਸਰਕਾਰ ਬਦਲੀ ਆ, ਕੰਮ ਕੋਈ ਨਹੀਂ ਬਦਲੇ। ਚੋਣਾਂ ਦਾ ਪ੍ਰਬੰਧ ਜਿਵੇਂ ਚੋਣਾਂ ਪਹਿਲਾਂ ਹੁੰਦੀਆਂ ਸੀ ਉਸੇ ਤਰ੍ਹਾਂ ਹੋ ਰਹੀਆਂ ਨੇ। ਅਸੀਂ ਉਸ ਦੇ ਰੋਸ ਵਜੋਂ ਜੋ ਸਹਿਕਾਰੀ ਸਭਾਵਾਂ ਦੇ ਸਾਡੇ ਪ੍ਰਧਾਨ ਜੀ ਨੂੰ ਕਿਸੇ ਨੂੰ ਵੀ ਪੁੱਛਿਆ ਨਹੀਂ ਗਿਆ, ਸਾਡੇ ਅੱਜ ਪ੍ਰਧਾਨ ਜੀ ਵੀ ਨਾਲ ਨੇ ਜਿਨ੍ਹਾਂ ਨੇ ਚੋਣਾਂ ਲੜਨੀਆਂ ਸੀ, ਕੁਝ ਲੋਕ ਇਕੱਠੇ ਹੋ ਕੇ ਮਹਿਕਮੇ ਨਾਲ ਰਲ ਕੇ ਆਪਣੀਆਂ ਚੋਣਾਂ ਲੜ ਰਹੇ ਨੇ ਤੇ ਚੁੱਪ ਚਪੀਤੇ ਚੋਣ ਕਰ ਰਹੇ ਨੇ। ਅਸੀਂ ਉਸ ਦੇ ਰੋਸ ਵਜੋਂ ਅੱਜ ਅਸੀਂ ਇੱਥੇ ਮੁਜ਼ਾਹਰਾ ਕਰਾਂਗੇ। ਜਿੰਨਾ ਵੀ ਸਾਡਾ ਅਗਲਾ ਸੰਘਰਸ਼ ਹੈ ਅਸੀਂ ਤਿਆਰੀ ਕਰਾਂਗੇ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੀ ਨਿਊਜ਼ ਬਠਿੰਡਾ। ਖਬਰਨਾਮਾ। ਬਾਰਿਸ਼ ਦੇ ਨਾਲ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਰਹਿਣ ਦੇ ਬਾਅਦ ਤਾਪਮਾਨ ਫਿਰ ਤੋਂ ਵਧਣ ਲੱਗਾ। ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ 31 ਮਈ ਤੱਕ ਮੌਨਸੂਨ ਕੇਰਲ ਵਿੱਚ ਦਸਤਕ ਦੇ ਸਕਦਾ ਹੈ। ਵੇਖਦੇ ਹਾਂ ਇੱਕ ਰਿਪੋਰਟ। ਬੀਤੇ ਦਿਨੀ ਹੋਈ ਬਾਰਿਸ਼ ਤੇ ਗੜੇਮਾਰੀ ਦੇ ਬਾਅਦ 2-3 ਦਿਨਾਂ ਤੱਕ ਮੌਸਮ ਠੰਡਾ ਰਿਹਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਪਰ ਇੱਕ ਵਾਰ ਫਿਰ ਤੋਂ ਤਾਪਮਾਨ ਵਧਣ ਨਾਲ ਗਰਮੀ ਦਾ ਅਸਰ ਵੀ ਵਧਣ ਲੱਗਾ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਮੌਨਸੂਨ 31 ਮਈ ਜਾਂ ਉਸ ਤੋਂ ਪਹਿਲਾਂ ਹੀ ਕੇਰਲ ਵਿੱਚ ਦਸਤਕ ਦੇ ਸਕਦਾ ਹੈ। ਪੰਜਾਬ ਵਿੱਚ ਆਉਣ ਵਾਲੇ 2 ਤੋਂ 3 ਦਿਨਾਂ ਦੌਰਾਨ ਮੌਸਮ ਖੁਸ਼ਕ ਬਣਿਆ ਰਹੇਗਾ, ਜਿਸ ਦੇ ਬਾਅਦ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਕਈ ਥਾਈਂ ਹਲਕੀ ਬਾਰਿਸ਼ ਹੋਣ ਦੇ ਅਸਾਰ ਹਨ। ਦੱਸ ਦਈਏ ਕਿ ਬੀਤੇ ਦਿਨੀ ਹੋਈ ਬਾਰਿਸ਼ ਤੋਂ ਪਹਿਲਾਂ ਪਾਰਾ 45 ਡਿਗਰੀ ਤੱਕ ਪਹੁੰਚ ਚੁੱਕਿਆ ਸੀ, ਜੋ ਹੁਣ 39 ਡਿਗਰੀ ਤੱਕ ਦਰਜ ਕੀਤਾ ਜਾ ਰਿਹਾ ਹੈ, ਜੋ ਅਗਲੇ ਦਿਨਾਂ ਵਿੱਚ 40 ਡਿਗਰੀ ਨੂੰ ਪਾਰ ਕਰ ਸਕਦਾ ਹੈ। ਪਰ ਇਸ ਦੌਰਾਨ 28 ਤੇ 29 ਮਈ ਨੂੰ ਹਲਕੀ ਬਾਰਿਸ਼ ਦੇ ਨਾਲ ਮੌਸਮ ਜ਼ਰੂਰ ਬਦਲ ਸਕਦਾ ਹੈ। ਬਿਊਰੋ ਰਿਪੋਰਟ ਫਾਸਟ ਵੀ ਨਿਊਜ਼ ਬਠਿੰਡਾ। ਖਬਰਨਾਮਾ। ਬੁਲੇਟਿਨ ਦੇ ਅੰਤ ਵਿੱਚ ਗੱਲ ਕਰਦੇ ਹਾਂ ਤਾਪਮਾਨ ਦੀ। ਬਠਿੰਡਾ ਖੇਤਰ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 19.6 ਡਿਗਰੀ ਜਦਕਿ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਜਾਂਦੇ ਜਾਂਦੇ ਫਿਰ ਇੱਕ ਨਜ਼ਰ ਅੱਜ ਦੀਆਂ ਸੁਰਖੀਆਂ ਤੇ। NDRF ਵੱਲੋਂ ਰੇਲਵੇ ਸਟੇਸ਼ਨ ਬਠਿੰਡਾ ਤੇ ਕੀਤੀ ਗਈ ਮੌਕ ਡਰਿਲ। ਰੇਲ ਹਾਦਸਾ ਵਾਪਰਨ ਤੇ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਦਿੱਤੀ ਜਾਣਕਾਰੀ। ਰੇਲਵੇ ਵਿਭਾਗ ਅਤੇ ਲੋਕਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਅਭਿਆਸ। PRTC 'ਚ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਰਾਹੀਂ ਹੋਏ ਘੁਟਾਲੇ 'ਚ ਅਧਿਕਾਰੀਆਂ ਦਾ ਦਾਅਵਾ। ਸਾਲਾਂ ਤੋਂ ਨਹੀਂ ਬਲਕਿ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਘੁਟਾਲਾ। ਜਾਂਚ ਲਈ ਗਠਿਤ ਕੀਤੀ ਕਮੇਟੀ। ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ। ਬਠਿੰਡਾ 'ਚ ਪੈਰਾਮਿਲਟਰੀ ਫੋਰਸ ਦੀ ਇੱਕ ਟੁਕੜੀ ਵੀ ਕੀਤੀ ਗਈ ਤੈਨਾਤ। ਨਾਕੇਬੰਦੀ ਕਰਕੇ ਕੀਤੀ ਜਾ ਰਹੀ ਹੈ ਚੈਕਿੰਗ। ਆਰਚਰੀ ਵਰਲਡ ਕੱਪ ਵਿੱਚ ਤੀਰਅੰਦਾਜ਼ੀ ਮੁਕਾਬਲਿਆਂ 'ਚ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਦੀ ਅਵਨੀਤ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ। ਅਤੇ ਬਠਿੰਡਾ 'ਚ ਭਾਸ਼ਾ ਵਿਭਾਗ ਦਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ। ਸਾਹਿਤ ਨਾਲ ਜੁੜਨ ਲਈ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਨਾਲ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।